ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕੁਝ ਦਿਨ ਤੋਂ ਮਾਰੂ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 5 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 6ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1088 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਫਿਰ ਖੁਸ਼ੀਏ ਧਨ ਰਾਵੀਏ, ਧਨ ਉਰ ਨਾਮ ਸ਼ਿੰਗਾਰ, ਨਾਨਕ ਤਨ ਆਗੇ ਖੜੀ, ਸ਼ੋਭਾਵੰਤੀ ਨਾਰ। ਫਿਰ ਖੁਸ਼ੀਏ, ਖੁਸ਼ੀਏ ਦਾ ਮਤਲਬ ਖੁਸ਼ੀ ਦੇ ਨਾਲ, ਉਰ ਦਾ ਮਤਲਬ ਹਿਰਦਾ, ਮਤਲਬ ਸੋਚ, ਨਾਮ ਦਾ ਮਤਲਬ ਰੱਬੀ ਗੁਣ, ਪ੍ਰਭੂ ਦਾ ਹੁਕਮ, ਧਨ ਦਾ ਮਤਲਬ ਜੀਵ ਇਸਤਰੀ। ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਿੰਗਾਰ ਹੈ, ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦੇ ਗੁਣ, ਰੱਬੀ ਹੁਕਮ, ਜਿਸ ਤੇ ਹਿਰਦੇ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਰੂਪ ਸ਼ਿੰਗਾਰ ਹੈ, ਉਸ ਨੂੰ ਪ੍ਰਭੂ ਪਤੀ ਖੁਸ਼ੀ ਦੇ ਨਾਲ ਆਪਣੇ ਨਾਲ ਮਿਲਾ ਲੈਂਦਾ ਹੈ। ਧਨ ਰਾਵੀਏ ਦਾ ਮਤਲਬ ਆਪਣੇ ਨਾਲ ਮਿਲਾ ਲੈਂਦਾ ਹੈ, ਖੁਸ਼ੀ ਦੇ ਨਾਲ, ਪ੍ਰਸੰਨਤਾ ਦੇ ਨਾਲ। ਜਿਸ ਤੇ ਹਿਰਦੇ ਦੇ ਅੰਦਰ, ਜਿਸ ਦੀ ਸੋਚ ਦੇ ਅੰਦਰ ਰੱਬੀ ਸ਼ੁਭ ਗੁਣਾਂ ਦਾ ਸ਼ਿੰਗਾਰ ਹੈ, ਜਿਨੇ ਆਪਣੀ ਸੋਚ ਨੂੰ ਰੱਬੀ ਗੁਣਾਂ ਦੇ ਨਾਲ ਸ਼ਿੰਗਾਰਿਆ ਹੈ, ਪ੍ਰਭੂ ਉਹਨੂੰ ਬੜੀ ਖੁਸ਼ੀ ਦੇ ਨਾਲ ਆਪਣੇ ਨਾਲ ਮਿਲਾ ਲੈਂਦਾ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਪ੍ਰਭੂ ਦਾ ਮਿਲਾਪ ਚਾਹੁੰਦੇ ਹਾਂ ਤਾਂ ਸਾਡੀ ਸੋਚ ਦੇ ਅੰਦਰ ਰੱਬੀ ਗੁਣ ਚਾਹੀਦੇ ਨੇ, ਔਰ ਰੱਬੀ ਗੁਣਾਂ ਨੂੰ ਪਾ ਲੈਣਾ ਹੀ ਪ੍ਰਭੂ ਨੂੰ ਪਾ ਲੈਣਾ ਹੈ। ਰੱਬੀ ਗੁਣਾਂ ਦੇ ਵਿੱਚ ਮਿਲ ਜਾਣਾ ਹੀ ਰੱਬ ਦੇ ਵਿੱਚ ਮਿਲ ਜਾਣਾ ਹੈ। ਨਾਨਕ ਧਨ ਆਗੇ ਖੜੀ, ਸ਼ੋਭਾਵੰਤੀ ਨਾਰ। ਧਨ ਦਾ ਮਤਲਬ ਜੀਵ ਇਸਤਰੀ, ਆਗੇ ਖੜੀ ਦਾ ਮਤਲਬ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਖਲੋਤੀ ਰਹਿੰਦੀ ਹੈ, ਮਤਲਬ ਕਿ ਜੋ ਪ੍ਰਭੂ ਦੇ ਹੁਕਮ ਦੇ ਅੰਦਰ ਜ਼ਿੰਦਗੀ ਗੁਜ਼ਾਰਦੀ ਹੈ, ਸਾਵਧਾਨ ਹੋ ਕੇ ਰੱਬੀ ਹੁਕਮ ਵਿੱਚ ਖਲੋਤੀ ਰਹਿੰਦੀ ਹੈ, ਰੱਬੀ ਹੁਕਮ ਵਿੱਚ ਤੁਰਦੀ ਹੈ। ਧਨ ਆਗੇ ਖੜੀ ਦਾ ਮਤਲਬ ਰੱਬੀ ਹੁਕਮ ਵਿੱਚ ਖਲੋਣਾ, ਸਾਵਧਾਨ ਹੋ ਕੇ, ਸੁਚੇਤ ਹੋ ਕੇ ਰੱਬੀ ਹੁਕਮ ਨੂੰ ਮੰਨਣਾ। ਤਾਂ ਜੋ ਜੀਵ ਇਸਤਰੀ ਪ੍ਰਭੂ ਦੀ ਹਜ਼ੂਰੀ ਵਿੱਚ ਖਲੋਂਦੀ ਹੈ, ਭਾਵ ਕਿ ਰੱਬੀ ਹੁਕਮ ਵਿੱਚ ਤੁਰਦੀ ਹੈ, ਸ਼ੋਭਾਵੰਤੀ ਨਾਰ, ਉਹ ਜੀਵ ਇਸਤਰੀ ਸ਼ੋਭਾਵੰਤੀ ਹੈ, ਉਹਨੂੰ ਸ਼ੋਭਾ ਮਿਲਦੀ ਹੈ, ਉਹਨੂੰ ਸੰਸਾਰ ਵਿੱਚ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਯਾਨੀ ਉਹ ਇਨਸਾਨ ਸਤਿਕਾਰ ਦੇ ਪਾਤਰ ਬਣ ਜਾਂਦੇ ਨੇ ਜੋ ਇਨਸਾਨ ਰੱਬੀ ਹੁਕਮ ਦੇ ਵਿੱਚ ਤੁਰਦੇ ਨੇ। ਮਹਿਲਾ ਪਹਿਲਾ। ਸਸੁਰੇ ਸਸੁਰੈ ਪਈਐ ਕੰਤ ਕੀ, ਕੰਤ ਅਗੰਮ ਅਥਾ। ਸਸੁਰੇ ਦਾ ਮਤਲਬ ਸਹੁਰਾ ਘਰ, ਪਈਏ ਦਾ ਮਤਲਬ ਪੇਕਾ ਘਰ, ਕੰਤ ਕੀ ਦਾ ਮਤਲਬ ਜੋ ਪ੍ਰਭੂ ਪਰਮਾਤਮਾ ਦੀ ਹੋ ਕੇ ਰਹਿੰਦੀ ਹੈ। ਕੰਤ ਦਾ ਮਤਲਬ ਪ੍ਰਭੂ, ਅਗੰਮ ਦਾ ਮਤਲਬ ਅਪਹੁੰਚ, ਅਥਾ ਤੋਂ ਭਾਵ ਜਿਸ ਦਾ ਥਾ ਨਹੀਂ ਪਾਇਆ ਜਾਂਦਾ, ਜਿਸ ਦਾ ਅੰਤ ਨਹੀਂ ਪਾਇਆ ਜਾਂਦਾ। यानी जो प्रभु खसम है वो अपहुंच है और बहुत डूंगे जिगरे वाला है, बहुत डूंगा है, जिदा अंत नहीं पाया जाता। ते गुरुदेव पातशाह जी कहते ने जो जीव इस्त्री हर समय खसम दी हो के रहंदी है, भाव रब्बी रजा विच तुरदी है, रब्बी गुणां दी धारनी रहंदी है, जिसदा होर किसी औगण दे नाल कोई संबंध नहीं, जो कदी भी रब्बी रजा तो उल्ट नहीं चलते। नानक धन सुहागणी, जो भावें बेपरवाह। इत्थे शुद्ध शब्द है सोहागणी, लेकिन पढ़ना है औंकड़ दे नाल सुहागणी। तां गुरु पातशाह जी कहंदे ने ਉਹ ਜੀਵ ਇਸਤਰੀਆਂ ਧਨਤਾ ਯੋਗ ਨੇ ਜੋ ਪ੍ਰਭੂ ਪਰਮਾਤਮਾ ਨੂੰ ਭਾਉਂਦੀਆਂ ਨੇ, ਜੋ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਨੇ, ਉਹ ਜੀਵ ਇਸਤਰੀਆਂ ਧਨਤਾ ਯੋਗ ਨੇ। ਤਾਂ ਹੁਣ ਦੇਖੋ, ਸਸੁਰੇ ਪਈਏ ਕੰਤ ਕੀ, ਸਸੁਰੇ ਪਈਏ ਦਾ ਮਤਲਬ ਹਰ ਥਾਂ ਤੇ, ਹਰ ਸਮੇਂ ਜੋ ਪ੍ਰਭੂ ਦੀ ਬਣ ਕੇ ਰਹਿੰਦੀ ਹੈ, ਰੱਬੀ ਰਜਾ ਦੇ ਵਿੱਚ ਤੁਰਦੀ ਹੈ, ਉਹ ਪ੍ਰਭੂ ਨੂੰ ਪਾ ਜਾਂਦੀ ਹੈ। ਤੇ ਜੋ ਪ੍ਰਭੂ ਨੂੰ ਪਾ ਜਾਂਦੀਆਂ ਨੇ
ਉਹੀ ਸੁਹਾਗਣਾ ਨੇ, ਭਾਗ ਵਾਲੀਆਂ ਨੇ। ਮਤਲਬ ਕਿ ਉਹ ਇਨਸਾਨ, ਉਹ ਪ੍ਰਾਣੀ ਜੋ ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ, ਉਹ ਰੱਬ ਨੂੰ ਪਿਆਰੇ ਲੱਗਦੇ ਨੇ, ਔਰ ਉਹ ਹੀ ਲੋਕ ਸੁਹਾਗ ਭਾਗ ਵਾਲੇ ਨੇ, ਯਾਨੀ ਵੱਡੇ ਭਾਗਾਂ ਵਾਲੇ ਨੇ, ਖੁਸ਼ ਪ੍ਰਸੰਨ ਨੇ, ਆਨੰਦ ਚਿੱਤ ਨੇ, ਮਹਾਨ ਨੇ। ਪੌੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ। ਤਖਤ ਦਾ ਮਤਲਬ ਤਖਤ ਤੇ, ਤਖਤੈ ਦਾ ਮਤਲਬ ਤਖਤ ਦਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਨੁੱਖ ਤਖਤ ਦੇ ਯੋਗ ਹੁੰਦਾ ਹੈ, ਉਹ ਬੰਦਾ ਰਾਜਾ ਬਣ ਕੇ ਤਖਤ ਤੇ ਬੈਠਦਾ ਹੈ। ਹੁਣ ਤਖਤ ਕਿਹੜਾ ਹੈ? ਗੁਰਦੇਵ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਨਾ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ। ਕਬੀਰ ਜੀ ਕਹਿੰਦੇ ਨੇ ਹੁਣ ਮੈਂ ਉਸ ਸਿੰਘਾਸਨ ਤੇ ਪਹੁੰਚ ਗਿਆ, ਭਾਵ ਉਸ ਮਰਾਤਬੇ ਤੇ ਪਹੁੰਚ ਗਿਆ ਜਿੱਥੇ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਹੁਣ ਮੇਰੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਰਹੇ, ਕਬੀਰ ਔਰ ਰੱਬ ਇੱਕ ਹੀ ਹੋ ਗਏ ਨੇ। ਹੁਣ ਤਾਂ ਕੋਈ ਪਛਾਣ ਵੀ ਨਹੀਂ ਸਕਦਾ ਵੀ ਕਬੀਰ ਕੌਣ ਹੈ ਤੇ ਰੱਬ ਕੌਣ ਹੈ, ਯਾਨੀ ਪਹਿਚਾਨ ਮੁੱਕ ਗਈ, ਇੱਕਮਿਕ ਹੋ ਗਏ। ਪ੍ਰਭੂ ਦੇ ਨਾਲ ਇੱਕਮਿਕ ਹੋ ਜਾਣ ਦਾ ਨਾਮ ਹੈ ਤਖਤ ਤੇ ਬਹਿ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਹੀ ਉਸ ਤਖਤ ਤੇ ਪਹੁੰਚਦਾ ਹੈ, ਇਹ ਮਰਾਤਬਾ ਹਾਸਲ ਕਰਦਾ ਹੈ ਜੋ ਇਹਦੇ ਲਾਇਕ ਹੁੰਦਾ ਹੈ। ਤੇ ਲਾਇਕ ਕੌਣ ਹੁੰਦਾ ਹੈ? ਜੋ ਮਾਇਆ ਔਰ ਤ੍ਰਿਸ਼ਨਾ ਦੀ ਭੁੱਖ ਨੂੰ ਗਵਾ ਦਿੰਦਾ ਹੈ, ਜੋ ਆਪਣੇ ਅੰਦਰੋਂ ਈਰਖਾ, ਦਵੈਸ਼, ਵੈਰ ਵਿਰੋਧ, ਕੀਨਾ ਸਾੜਾ, ਪਾਪ ਅਪਰਾਧ, ਨੈਗੇਟਿਵ ਸੋਚ, ਜਿਹੜਾ ਸਾਰੀ ਇਹ ਸੋਚ ਨੂੰ ਗਵਾ ਦਿੰਦਾ ਹੈ, ਉਹ ਫਿਰ ਇਸ ਲਾਇਕ ਹੋ ਜਾਂਦਾ। ਜੋ ਸਤ ਸੰਤੋਖ, ਦਇਆ, ਧਰਮ ਗੁਣਾਂ ਦਾ ਧਾਰਨੀ ਹੋ ਜਾਂਦਾ, ਜੋ ਮੇਰ ਤੇਰ ਦੇ ਵਿਤਕਰਿਆਂ ਨੂੰ ਮਿਟਾ ਦਿੰਦਾ, ਉਹ ਫਿਰ ਤਖਤ ਤੇ ਬਹਿੰਦਾ ਹੈ। ਤੇ ਇੱਥੋਂ ਸਾਨੂੰ ਇੱਕ ਸੇਧ ਵੀ ਮਿਲ ਰਹੀ ਹੈ ਕਿ ਸਾਨੂੰ ਵੀ ਤਖਤ ਤੇ ਉਹ ਬੰਦਾ ਹੀ ਬਿਠਾਉਣਾ ਚਾਹੀਦਾ ਹੈ ਜੋ ਲਾਇਕ ਹੋਵੇ। ਬੇਸ਼ੱਕ ਉਹ ਰਾਜਨੀਤਿਕ ਸਿੰਘਾਸਨ ਹੈ, ਜੇ ਪਰਿਵਾਰਕ ਤੌਰ ਤੇ ਜੇ ਕੋਈ ਚੰਗਾ ਇਨਸਾਨ ਪਰਿਵਾਰ ਨੂੰ ਗਾਈਡ ਕਰੇਗਾ ਤਾਂ ਉਹ ਪਰਿਵਾਰ ਦਾ ਤਾਲਮੇਲ ਬਣਾ ਕੇ ਰੱਖਦਾ ਹੈ। ਜੇ ਕੋਈ ਚੰਗਾ ਰਾਜਨੀਤਿਕ ਹੋਏਗਾ ਤਾਂ ਉਹ ਦੇਸ਼ ਦੇ ਅੰਦਰ ਸ਼ਾਂਤੀ ਬਣਾਏਗਾ, ਰਿਸ਼ਵਤਖੋਰੀ ਆਦਿਕ। ਤੇ ਜੇ ਨਲਾਇਕ ਬੰਦੇ ਅੱਗੇ ਆ ਜਾਣਗੇ ਤਾਂ ਉਹਦਾ ਹਾਲ ਜੋ ਹੋਏਗਾ ਉਹ ਅਸੀਂ ਦੇਖ ਸਕਦੇ ਹਾਂ। ਤਾਂ ਮਰਾਤਬਾ ਉਹ ਹੀ ਹਾਸਲ ਕਰਦਾ ਹੈ ਜੋ ਲਾਇਕ ਹੁੰਦਾ ਹੈ। ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਪ੍ਰਭੂ ਦਾ ਮਿਲਾਪ, ਤਾਂ ਸਾਨੂੰ ਵੀ ਇਹ ਰਿਕੁਆਇਰਮੈਂਟ ਪੂਰੀ ਕਰਨੀ ਹੋਵੇਗੀ। ਉਹ ਹੀ ਬੈਠੇਗਾ ਜਿਹੜਾ ਲਾਇਕ ਹੋਏਗਾ, ਦੂਜਾ ਨਹੀਂ ਬਹਿ ਸਕਦਾ। ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸਈ। ਹੁਣ ਲਾਇਕ ਕੌਣ ਹੈ? ਉਹਦੀ ਨਿਸ਼ਾਨੀ ਦੱਸ ਰਹੇ ਨੇ, ਜਿੰਨੀ ਸੱਚ ਪਛਾਣਿਆ, ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ। ਪਛਾਣ ਲਿਆ ਦਾ ਮਤਲਬ ਜਿਨ੍ਹਾਂ ਨੇ ਸੱਚ ਦੇ ਨਾਲ ਡੂੰਘੀ ਜਾਣ ਪਛਾਣ ਬਣਾ ਲਈ, ਜਿਨ੍ਹਾਂ ਨੇ ਅਸਲੀਅਤ ਨੂੰ ਪਛਾਣ ਲਿਆ, ਜਿਨ੍ਹਾਂ ਦੇ ਅੰਦਰੋਂ ਭਰਮ ਵਹਿਮ ਨਿਕਲ ਗਏ, ਜਿਨ੍ਹਾਂ ਨੇ ਯੂਨੀਵਰਸਲ ਟਰੁੱਥ ਨੂੰ ਪਛਾਣ ਲਿਆ ਕਿ ਸੱਚਾਈ ਕੀ ਹੈ, ਔਰ ਜਿਨ੍ਹਾਂ ਨੇ ਸੱਚ ਨੂੰ ਪਛਾਣ ਕੇ ਫਿਰ ਸੱਚ ਦੇ ਨਾਲ ਸਾਂਝ ਪਾਈ, ਸੱਚ ਵਿੱਚ ਲੀਨ ਹੋ ਗਏ। ਸੱਚ ਰਾਜੇ ਸਈ, ਅਸਲੀ ਲੋਕ ਉਹ ਰਾਜੇ ਨੇ, ਉਹਨਾਂ ਨੂੰ ਰਾਜਾ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਹੈ, ਜਿਨ੍ਹਾਂ ਨੇ ਸੱਚ ਦੇ ਨਾਲ ਡੂੰਘੀ ਸਾਂਝ ਪਾਈ, ਮਨ ਬਚਨ ਕਰਮ ਕਰਕੇ ਸੱਚੇ ਹੋ ਗਏ ਨੇ। ਅਸਲ ਵਿੱਚ ਸੱਚੇ ਰਾਜੇ ਉਹ ਹੀ ਨੇ। ਤਾਂ ਇਥੋਂ ਸਾਨੂੰ ਕਿੰਨੀ ਪਿਆਰੀ ਸੇਧ ਮਿਲ ਰਹੀ ਹੈ ਕਿ ਜੋ ਸਾਡੇ ਰਾਜਨੀਤਿਕ ਲੋਕ ਨੇ, ਦੁਨਿਆਵੀ ਤੌਰ ਤੇ ਰਾਜੇ ਬਾਦਸ਼ਾਹ ਨੇ, ਉਹ ਸੱਚੇ ਹੋਣੇ ਚਾਹੀਦੇ ਨੇ, ਉਹ ਸੱਚ ਦੇ ਨਾਲ ਉਹਨਾਂ ਦੀ ਸਾਂਝ ਬਣੀ ਹੋਈ ਹੋਵੇ। ਜੇ ਹਰ ਰਾਜਨੀਤਿਕ ਇਨਸਾਨ ਸੱਚਾ ਹੋਵੇ, ਸੱਚ ਦੇ ਨਾਲ ਜੁੜਿਆ ਹੋਇਆ ਹੋਵੇ, ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ, ਦੇਸ਼ਾਂ ਤੋਂ ਔਰ ਵਿਦੇਸ਼ਾਂ ਤੋਂ, ਦੇਸ਼ ਤੋਂ ਔਰ ਵਿਦੇਸ਼ਾਂ ਤੋਂ ਜਿੰਨੀ ਵੀ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਜਿਹੜੇ ਨੇ ਉਹ ਖਤਮ ਹੋ ਸਕਦੇ ਨੇ, ਜੇ ਆਗੂ ਸੱਚੇ ਹੋਣ, ਸੱਚ ਦੇ ਨਾਲ ਜੁੜੇ ਹੋਏ ਹੋਣ। ਤਾਂ ਅਸਲ ਰਾਜਾ ਉਹ ਹੈ ਜਿਹਨੇ ਸੱਚ ਨੂੰ ਪਛਾਣ ਲਿਆ। ਤਾਂ ਇੱਥੇ ਇੱਕ ਹੋਰ ਚੀਜ਼ ਸਮਝਣ ਵਾਲੀ ਹੈ, ਜਿਹੜਾ ਸੱਚ ਨੂੰ ਪਛਾਣ ਲਏਗਾ, ਜੋ ਸੱਚ ਦੇ ਨਾਲ ਡੂੰਘੀ ਸਾਂਝ ਪਾ ਲਏਗਾ, ਮਨ ਬਚਨ ਕਰਮ ਕਰਕੇ ਸੱਚਾ ਹੋ ਜਾਏਗਾ, ਤਾਂ ਉਹ ਆਪਣੇ ਆਪ ਦਾ ਵੀ ਰਾਜਾ ਬਣ ਜਾਏਗਾ, ਆਪਣੇ ਮਨ ਦਾ ਵੀ ਉਹ ਰਾਜਾ ਬਣ ਜਾਏਗਾ। ਗਿਆਨ ਇੰਦਰੀਆਂ ਉਹਦੇ ਕੰਟਰੋਲ ਵਿੱਚ ਹੋਣਗੀਆਂ, ਮਨ ਉਹਦੇ ਕੰਟਰੋਲ ਵਿੱਚ ਹੋਏਗਾ, ਉਹ ਆਪ ਆਪਣੇ ਮਨ ਦਾ, ਗਿਆਨ ਇੰਦਰੀਆਂ ਦਾ ਮਾਲਕ ਹੋਏਗਾ, ਉਹਨਾਂ ਨੂੰ ਸੱਚ ਦੇ ਨਾਲ ਜੋੜ ਕੇ ਰੱਖ ਸਕੇਗਾ। ਅਸਲ 'ਚ ਉਹ ਬੰਦਾ ਰਾਜਾ ਹੈ। ਇਹ ਭੂਪਤ ਰਾਜੇ ਨਾ ਆਖੀਆਂ ਹੈ, ਦੂਜੇ ਭਾਏ ਦੁੱਖ ਹੋਈ। ਭੂਪਤ
ਦੋ ਸ਼ਬਦਾਂ ਤੋਂ ਬਣਿਆ ਹੈ, ਭੂ ਅਤੇ ਪਤ। ਭੂ ਦਾ ਮਤਲਬ ਧਰਤੀ, ਜ਼ਮੀਨ, ਭੂਮੀ। ਪਤ ਦਾ ਮਤਲਬ ਮਾਲਕ। ਭੂਪਤ ਦਾ ਮਤਲਬ ਧਰਤੀ ਦੇ ਮਾਲਕ। ਦੂਜੇ ਪਾਏ ਦਾ ਮਤਲਬ ਮਾਇਆ ਦਾ ਮੋਹ, ਸੱਚ ਨੂੰ ਛੱਡ ਕੇ ਹੋਰ ਹੋਰ ਜੋ ਪਕੜ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਧਰਤੀ ਦੇ ਮਾਲਕ ਬਣੇ ਹੋਏ ਨੇ, ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ। ਕਾਰਨ ਦੂਜੇ ਪਾਏ ਦੁੱਖ ਹੋਈ, ਇਹਨਾਂ ਦਾ ਮਾਇਆ ਦੇ ਨਾਲ ਪਿਆਰ ਹੈ, ਜਿਸ ਕਰਕੇ ਸਦਾ ਦੁੱਖ ਵਾਪਰਦਾ ਰਹਿੰਦਾ ਹੈ। ਜੇਕਰ ਭੂਪਤ ਹੈ, ਰਾਜਾ ਹੈ ਦੁਨੀਆ ਦਾ, ਔਰ ਉਸ ਦਾ ਸੱਚ ਦੇ ਨਾਲ ਪਿਆਰ ਨਹੀਂ, ਪਿਆਰ ਉਹਦਾ ਮਾਇਆ ਨਾਲ ਹੈ, ਤਾਂ ਉਹ ਆਪ ਵੀ ਦੁਖੀ ਹੋਏਗਾ ਤੇ ਦੂਜਿਆਂ ਨੂੰ ਵੀ ਦੁਖੀ ਕਰੇਗਾ। ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਇਹ ਆਪਾਂ ਗੱਲ ਰੋਜ਼ ਵਿਚਾਰ ਰਹੇ ਹਾਂ। ਮਾਇਆ ਦਾ ਮਤਲਬ ਇੱਕ ਸੋਚ ਹੈ, ਜਿਹੜੀ ਸੋਚ ਬੰਦੇ ਦੇ ਵਿੱਚ ਰੱਬ ਵਰਗਾ ਪਿਆਰ ਪੈਦਾ ਨਹੀਂ ਹੋਣ ਦਿੰਦੀ, ਜਿਹੜੀ ਸੋਚ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਜੋ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਮਾਇਆ ਹੈ। ਤੇ ਜਿਸ ਦੇ ਅੰਦਰ ਇਹ ਸੋਚ ਹੋਏਗੀ, ਉਹਦੇ ਕੋਲ ਬੇਸ਼ੱਕ ਜਿੰਨੀ ਮਰਜ਼ੀ ਪ੍ਰਾਪਰਟੀ ਆ ਜਾਏ, ਜਿੰਨੀ ਮਰਜ਼ੀ ਜ਼ਮੀਨ ਆ ਜਾਏ, ਉਹ MLA MP ਪ੍ਰਧਾਨ ਮੰਤਰੀ ਬਣ ਜਾਏ, ਜੇਕਰ ਉਹਦੀ ਸੋਚ ਠੀਕ ਨਹੀਂ ਹੈ ਤਾਂ ਸ਼ਾਂਤ ਨਹੀਂ ਰਹੇਗਾ। ਔਰ ਕੇਵਲ ਆਪ ਹੀ ਅਸ਼ਾਂਤ ਨਹੀਂ ਰਹੇਗਾ, ਦੂਜਿਆਂ ਨੂੰ ਵੀ ਅਸ਼ਾਂਤ ਕਰੇਗਾ, ਦੁੱਖ ਦੇਵੇਗਾ। ਇਸ ਲਈ ਕਹਿੰਦੇ ਨੇ ਸਿਰਫ ਜ਼ਮੀਨਾਂ ਦੇ ਮਾਲਕਾਂ ਨੂੰ ਹੀ ਰਾਜੇ ਨਹੀਂ ਕਿਹਾ ਜਾ ਸਕਦਾ। ਜੇ ਉਹਨਾਂ ਦੇ ਅੰਦਰ ਦੂਜਾ ਭਾਵ ਹੈ ਤਾਂ ਉਸ ਦੂਜੇ ਭਾਵ ਕਰਕੇ ਹਮੇਸ਼ਾ ਦੁੱਖ ਬਣਿਆ ਰਹਿੰਦਾ ਹੈ। ਔਰ ਇਹੀ ਕਾਰਨ ਹੈ ਜ਼ਿੰਦਗੀ ਦੇ ਅੰਦਰ ਦੁੱਖਾਂ ਦਾ, ਕਿਉਂਕਿ ਜਿੰਨੀ ਮਰਜ਼ੀ ਕਿਸੇ ਕੋਲ ਪ੍ਰਾਪਰਟੀ ਆ ਗਈ ਹੈ, ਜੇ ਉਹ ਵਿਕਾਰਾਂ ਤੇ ਉਹਨੇ ਰਾਜ ਆਪਣਾ ਨਹੀਂ ਕੀਤਾ ਕਾਇਮ, ਮਨ ਨੂੰ ਨਹੀਂ ਜਿੱਤਿਆ, ਗਿਆਨ ਇੰਦਰੀਆਂ ਤੇ ਕੰਟਰੋਲ ਨਹੀਂ, ਮਨ ਤੇ ਕੰਟਰੋਲ ਨਹੀਂ ਹੈ, ਤਾਂ ਫਿਰ ਉਹ ਕਦੇ ਵੀ ਸ਼ਾਂਤ ਨਹੀਂ ਹੋ ਸਕੇਗਾ। ਇਸ ਲਈ ਜੇ ਸ਼ਾਂਤੀ ਹਾਸਲ ਕਰਨੀ ਹੈ ਤਾਂ ਹਰ ਇਨਸਾਨ ਨੂੰ ਆਪਣੇ ਮਨ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਗਿਆਨ ਇੰਦਰੀਆਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਵਿਕਾਰਾਂ ਤੇ ਫਤਿਹ ਪਾਣੀ ਚਾਹੀਦੀ ਹੈ, ਔਰ ਗੁਣਾਂ ਦੇ ਨਾਲ ਜੁੜਨਾ ਚਾਹੀਦਾ। ਕੀਤਾ ਕਿਆ ਸਾਲਾਹੀ ਹੈ, ਜਿਸ ਜਾਣਦੇ ਬਿਲਮ ਨਾ ਹੋਈ। ਕੀਤਾ ਦਾ ਮਤਲਬ ਪੈਦਾ ਕੀਤਾ ਹੋਇਆ, ਬਿਲਮ ਦਾ ਮਤਲਬ ਦੇਰ। ਜਿਹੜਾ ਪੈਦਾ ਕੀਤਾ ਹੋਇਆ ਹੈ ਉਹਨੂੰ ਕੀ ਵਡਿਆਣਾ ਹੋਇਆ, ਕਿਉਂਕਿ ਉਹਦੇ ਨਾਸ਼ ਹੁੰਦਿਆਂ ਦੇਰ ਨਹੀਂ ਲੱਗਦੀ। ਕੀਤਾ ਦਾ ਮਤਲਬ ਜੋ ਰੱਬ ਦਾ ਪੈਦਾ ਕੀਤਾ ਹੋਇਆ ਬੰਦਾ ਹੈ, ਜੇ ਉਹਦੇ ਅੰਦਰ ਕਰਤਾ ਨਹੀਂ ਹੈ, ਜੇ ਉਹਦੇ ਅੰਦਰ ਕਰਤੇ ਦੇ ਗੁਣ ਨਹੀਂ, ਤਾਂ ਫਿਰ ਉਹਦੀ ਸਿਫਤ ਸਲਾਹ ਕਰਨ ਦੀ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਉਹਦੇ ਜਾਂਦਿਆਂ ਦੇਰ ਨਹੀਂ ਲੱਗਣੀ। ਜਾਂਦਿਆਂ ਦਾ ਮਤਲਬ ਮਰਦਿਆਂ, ਮੀਨਸ ਆਤਮਕ ਮੌਤ ਤੇ ਮਰਦਿਆਂ। ਐਸੇ ਜੋ ਲੋਕ ਨੇ ਜਿਨ੍ਹਾਂ ਦੇ ਅੰਦਰ ਸੱਚ ਆਦਿਕ ਨਹੀਂ ਹੁੰਦਾ, ਆਤਮਕ ਮੌਤ ਤੇ ਮਰਦਿਆਂ ਕੋਈ ਦੇਰ ਲੱਗਦੀ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਉਹਨਾਂ ਦਾ ਜਿਹੜਾ ਸਾਥ ਹੈ ਉਹ ਵੀ ਸदैਵੀ ਨਹੀਂ ਹੁੰਦਾ, ਜਿਨ੍ਹਾਂ ਦੇ ਅੰਦਰ ਸੱਚ ਨਹੀਂ ਹੈ। ਜਿਹੜੇ ਸਵਾਰਥੀ ਲੋਕ ਨੇ ਉਹ ਸਵਾਰਥ ਕਰਕੇ ਨਾਲ ਨੇ, ਜਦੋਂ ਸਵਾਰਥ ਪੂਰਾ ਹੋ ਗਿਆ ਤਾਂ ਵੀ ਉਹਨਾਂ ਦਾ ਸਾਥ ਟੁੱਟ ਜਾਣਾ ਹੈ, ਸਵਾਰਥ ਪੂਰਾ ਨਾ ਹੋਇਆ ਤਾਂ ਵੀ ਟੁੱਟ ਜਾਣਾ ਹੈ। ਐਸੇ ਸਾਥ ਵੀ ਜਿਹੜੇ ਨੇ ਸदैਵੀ ਨਹੀਂ ਹੁੰਦੇ। ਤਾਂ ਗੁਰੂ ਜੀ ਕਹਿੰਦੇ ਨੇ ਉਸ ਕੀਤੇ ਹੋਏ ਦੀ ਸਿਫਤ ਕਰਨ ਦਾ ਕੋਈ ਲਾਭ ਨਹੀਂ ਹੈ, ਜਿਸ ਦੇ ਅੰਦਰ ਕਰਤਾ ਨਹੀਂ ਵਸਦਾ, ਕਿਉਂਕਿ ਉਹਦੇ ਜਾਂਦਿਆਂ ਬਿਨਸਦਿਆਂ ਦੇਰ ਨਹੀਂ ਲੱਗਦੀ। ਤੇ ਜਿਹੜੀ ਚੀਜ਼ ਬਿਨਸ ਜਾਏ ਫਿਰ ਉਹਦਾ ਦੁੱਖ ਹੁੰਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਨਿਹਚਲ ਸੱਚਾ ਏਕ ਹੈ, ਗੁਰਮੁਖ ਬੂਝੈ ਸੋ ਨਿਹਚਲ ਹੋਈ। ਨਿਹਚਲ ਦਾ ਮਤਲਬ ਸਦਾ ਰਹਿਣ ਵਾਲਾ, ਸੱਚਾ ਏਕ ਹੈ ਦਾ ਮਤਲਬ ਇੱਕ ਪ੍ਰਭੂ ਹੀ ਅਟਲ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੀ ਸ਼ਰਣੀ ਪੈ ਕੇ, ਗੁਰੂ ਦੇ ਸਨਮੁਖ ਹੋ ਕੇ। ਬੂਝੈ ਦਾ ਮਤਲਬ ਜੋ ਸਮਝ ਲੈਂਦਾ ਹੈ। ਸੋ ਨਿਹਚਲ ਹੋਈ ਦਾ ਮਤਲਬ ਉਹ ਵੀ ਅਡੋਲ ਹੋ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਨਿਹਚਲ ਸੱਚਾ ਏਕ ਹੈ, ਅਟਲ ਰਾਜ ਵਾਲਾ ਸਿਰਫ ਇੱਕ ਪ੍ਰਭੂ ਹੀ ਹੈ, ਜੋ ਸਰਬ ਵਿਆਪਕ ਹੈ, ਜਿਹਦਾ ਕਦੇ ਵਿਨਾਸ਼ ਨਹੀਂ ਹੋਣਾ। ਗੁਰਮੁਖ ਬੁੱਝ ਹੈ, ਗੁਰੂ ਦੀ ਸ਼ਰਣੀ ਪੈ ਕੇ ਜੋ ਸੱਚੇ ਨੂੰ ਬੁੱਝ ਲੈਂਦਾ ਹੈ, ਜੋ ਸੱਚੇ ਦੇ ਨਾਲ ਆਪਣਾ ਸੰਬੰਧ ਬਣਾ ਲੈਂਦਾ ਹੈ। ਸੋ ਨਿਹਚਲ ਹੋਈ, ਉਹ ਇਨਸਾਨ ਵੀ ਨਿਹਚਲ ਹੋ ਜਾਂਦਾ ਹੈ, ਭਾਵ ਕਿ ਉਹ ਇਨਸਾਨ ਵੀ ਅਡੋਲ ਹੋ ਜਾਂਦਾ ਹੈ। ਜਿਹੜਾ ਸੱਚੇ ਦੇ ਨਾਲ ਨਾਤਾ ਜੋੜ ਲੈਂਦਾ ਫਿਰ ਉਹ ਅਡੋਲ ਹੋ ਜਾਂਦਾ ਹੈ। ਉਹਦਾ ਮਨ ਫਿਰ ਵਿਕਾਰਾਂ ਵਿੱਚ ਨਹੀਂ ਡੋਲਦਾ, ਈਰਖਾ, ਨਿੰਦਾ, ਚੁਗਲੀ, ਫਰੇਬ, ਮੇਰ ਤੇਰ ਦੇ ਵਿਤਕਰੇ ਉਹਦਾ ਮਨ ਡੋਲਦਾ ਨਹੀਂ। ਚਾਹੇ ਕਿਸੇ ਦਾ ਕਿੰਨਾ ਵੀ ਕੀਮਤੀ ਧਨ ਉਹਦੇ ਕੋਲ ਸਾਹਮਣੇ ਆ ਜਾਏ,
ਪਰ ਉਹ ਬੇਗਾਨਾ ਹੱਕ ਖਾਏਗਾ ਨਹੀਂ, ਉਹਦਾ ਮਨ ਡੋਲੇਗਾ ਨਹੀਂ, ਵਿਸ਼ੇ ਵਿਕਾਰਾਂ ਵਿੱਚ ਉਹਦਾ ਮਨ ਡੋਲੇਗਾ ਨਹੀਂ, ਜਿਨਨੇ ਗੁਰੂ ਦੀ ਸ਼ਰਣੀ ਪੈ ਕੇ ਸੱਚੇ ਦੇ ਨਾਲ ਆਪਣਾ ਸੰਬੰਧ ਬਣਾ ਲਿਆ, ਸੱਚੇ ਗੁਣਾਂ ਦੇ ਨਾਲ, ਰੱਬੀ ਗੁਣਾਂ ਦੇ ਨਾਲ ਜੋ ਜੁੜ ਗਿਆ। ਸ਼ਲੋਕ ਮਹਿਲਾ ਤੀਜਾ। ਸਭਨਾ ਕਾ ਪਿਰ ਏਕ ਹੈ, ਪਿਰ ਬਿਨ ਖਾਲੀ ਨਾ ਹੈ। ਸਭਨਾ ਕਾ ਦਾ ਮਤਲਬ ਸਾਰਿਆਂ ਦਾ, ਪਿਰ ਦਾ ਮਤਲਬ ਪਤੀ ਯਾਨੀ ਮਾਲਕ। ਤਾਂ ਗੁਰੂ ਜੀ ਕਹਿੰਦੇ ਨੇ ਸਭ ਜੀਵ ਇਸਤਰੀਆਂ ਦਾ ਮਾਲਕ ਇੱਕੋ ਹੀ ਹੈ, ਰੱਬ ਤੋਂ ਖਾਲੀ ਕੋਈ ਨਹੀਂ ਹੈ। ਸਾਰਿਆਂ ਦੇ ਸਿਰ ਤੇ ਰੱਬ ਹੈ, ਸਾਰਿਆਂ ਦੇ ਅੰਦਰ ਰੱਬ ਵਸਦਾ ਹੈ, ਹਰ ਥਾਂ ਤੇ ਪ੍ਰਭੂ ਸਮਾਇਆ ਹੋਇਆ ਹੈ। ਸਾਰਿਆਂ ਦਾ ਮਾਲਕ ਇੱਕੋ ਹੀ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ, ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੀ ਲੁਕਾਈ ਦਾ ਮਾਲਕ ਇੱਕ ਹੈ, ਉਹਦੇ ਤੋਂ ਖਾਲੀ ਕੋਈ ਨਹੀਂ। ਸਾਰਿਆਂ ਦੇ ਅੰਦਰ ਉਹ ਵਸ ਰਿਹਾ ਹੈ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹੋਰ ਲੋਕਾਂ ਦੇ ਅੰਦਰ ਵੀ, ਸਾਰਿਆਂ ਦੇ ਅੰਦਰ ਉਹ ਵਸ ਰਿਹਾ ਹੈ। ਲੇਕਿਨ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਾਰਿਆਂ ਵਿੱਚ ਵਸ ਰਿਹਾ ਹੈ, ਹਰ ਥਾਂ ਤੇ ਵਸ ਰਿਹਾ ਹੈ, ਹਰ ਇੱਕ ਦਾ ਮਾਲਕ ਹੈ, ਤਾਂ ਫਿਰ ਸਾਡੇ ਅੰਦਰ ਇਹ ਵਿਤਕਰੇ ਕਿਉਂ ਨੇ? ਫਿਰ ਲੜਾਈਆਂ, ਦੰਗੇ, ਫਸਾਦ ਕਿਉਂ ਨੇ? ਈਰਖਾ ਔਰ ਦੁਵੇਸ਼ ਕਿਉਂ ਹੈ? ਫਿਰ ਅਸੀਂ ਰੱਬ ਤੋਂ ਵਾਂਝੇ ਕਿਉਂ ਆ? ਤਾਂ ਗੁਰੂ ਜੀ ਕਹਿੰਦੇ ਨੇ ਬੇਸ਼ੱਕ ਸਾਰਿਆਂ ਦਾ ਮਾਲਕ ਇੱਕੋ ਹੀ ਹੈ, ਬੇਸ਼ੱਕ ਉਹਦੇ ਤੋਂ ਖਾਲੀ ਕੋਈ ਨਹੀਂ ਹੈ। ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੇ ਸਮਾਹੇ। ਸੁਹਾਗਣੀ ਦਾ ਮਤਲਬ ਭਾਗ ਵਾਲੀਆਂ, ਸਤਿਗੁਰ ਮਾਹੇ ਦਾ ਮਤਲਬ ਸਤਿਗੁਰ ਵਿੱਚ, ਸਮਾਹੇ ਦਾ ਮਤਲਬ ਸਮਾਉਂਦੀਆਂ ਨੇ। ਉਹ ਜੀਵ ਇਸਤਰੀਆਂ ਯਾਨੀ ਉਹ ਜੀਵ ਭਾਗਾਂ ਵਾਲੇ ਨੇ ਜਿਹੜੇ ਸਤਿਗੁਰ ਦੇ ਅੰਦਰ ਸਮਾਏ ਰਹਿੰਦੇ ਨੇ, ਉਹ ਭਾਗਾਂ ਵਾਲੇ ਨੇ। ਬੇਸ਼ੱਕ ਸਾਰਿਆਂ ਦਾ ਮਾਲਕ ਇੱਕੋ ਹੀ ਹੈ, ਪਰ ਭਾਗਾਂ ਵਾਲੇ ਉਹ ਨੇ ਜੋ ਸਤਿਗੁਰ ਦੇ ਵਿੱਚ ਸਮਾ ਜਾਂਦੇ ਨੇ, ਭਾਵ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਔਰ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬ ਦੇ ਅੰਦਰ ਹਮੇਸ਼ਾ ਸਮਾਏ ਰਹਿੰਦੇ ਨੇ, ਰੱਬੀ ਗੁਣਾਂ ਵਿੱਚ ਸਮਾਏ ਰਹਿੰਦੇ ਨੇ। ਹੈ ਹੁਣ ਸਾਰਿਆਂ ਦੇ ਵਿੱਚ, ਲੇਕਿਨ ਸਾਰੇ ਸਾਂਝ ਨਹੀਂ ਪਾ ਸਕੇ। ਸਾਂਝ ਉਹ ਪਾਉਂਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ। ਉਹ ਲੋਕ ਪ੍ਰਭੂ ਦੇ ਨਾਲ ਸਾਂਝ ਪਾ ਲੈਂਦੇ ਨੇ, ਉਹਨਾਂ ਦੀ ਰੱਬ ਦੇ ਨਾਲ ਬਣ ਆਉਂਦੀ ਹੈ, ਉਹ ਰੱਬ ਦਾ ਰੂਪ ਹੋ ਜਾਂਦੇ ਨੇ, ਉਹ ਪ੍ਰਭੂ ਨੂੰ ਪਾ ਲੈਂਦੇ ਨੇ। ਕੌਣ? ਜੋ ਸਤਿਗੁਰੂ ਦੇ ਵਿੱਚ ਸਮਾ ਜਾਂਦੇ ਨੇ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਪ੍ਰਭੂ ਦੀ ਪ੍ਰਾਪਤੀ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਇੱਕੋ ਹੀ ਸਾਡੇ ਵਾਸਤੇ ਰਾਸਤਾ ਹੈ ਕਿ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ, ਗੁਰੂ ਦੇ ਗਿਆਨ ਦੇ ਧਾਰਨੀ ਹੋਣਾ, ਗੁਰੂ ਦੀ ਮੱਤ ਦੇ ਧਾਰਨੀ ਹੋਣਾ, ਗੁਰੂ ਦੀ ਵਿਚਾਰਧਾਰਾ ਮੁਤਾਬਕ ਜੋ ਜ਼ਿੰਦਗੀ ਜੀਂਦੇ ਨੇ, ਉਹ ਉਸ ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰ ਲੈਂਦੇ ਨੇ, ਉਹਨਾਂ ਦਾ ਜੀਵਨ ਭਾਗਾਂ ਵਾਲਾ ਹੋ ਜਾਂਦਾ ਹੈ। ਮਹਿਲਾ ਤੀਜਾ। ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਤਰੰਗ ਦਾ ਮਤਲਬ ਲਹਿਰਾਂ, ਮਨ ਕੇ ਅਧਿਕ ਤਰੰਗ ਦਾ ਮਤਲਬ ਮਨ ਦੀਆਂ ਲਹਿਰਾਂ ਨੇ। ਜਿੰਨਾ ਚਿਰ ਮਨ ਦੇ ਅੰਦਰ ਲਹਿਰਾਂ ਨੇ, ਕਿਹੜੀਆਂ ਲਹਿਰਾਂ? ਈਰਖਾ, ਦਵੇਸ਼, ਵੈਰ, ਵਿਰੋਧ ਆਦਿਕ ਨੈਗੇਟਿਵ ਵਿਚਾਰ, ਮੇਰ ਤੇਰ ਦੇ ਵਿਤਕਰੇ, ਕਾਮ, ਕ੍ਰੋਧ, ਲੋਭ, ਹੰਕਾਰ ਆਦਿਕ, ਜਦੋਂ ਤੱਕ ਵਿਕਾਰਾਂ ਦੇ ਫੁਰਨੇ ਨੇ ਮਨ ਦੇ ਅੰਦਰ, ਉਦੋਂ ਤੱਕ ਕਿਉਂ ਦਰ ਸਾਹਿਬ, ਉਦੋਂ ਤੱਕ ਸਾਹਿਬ ਦੇ ਦਰ ਤੇ ਕਿਵੇਂ ਪ੍ਰਵਾਨ ਹੋਈਏ। ਤੇ ਛੁੱਟੀਏ ਦਾ ਮਤਲਬ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਕਿਵੇਂ ਹੋਵੇ। ਜਿੰਨਾ ਚਿਰ ਮਨ ਦੀਆਂ ਲਹਿਰਾਂ ਨੇ, ਤ੍ਰਿਸ਼ਨਾ ਦੀਆਂ ਕਈ ਲਹਿਰਾਂ ਮਨ ਵਿੱਚ ਉੱਠ ਰਹੀਆਂ ਨੇ, ਉਹਨਾਂ ਚਿਰ ਮਾਲਕ ਦੀ ਹਜ਼ੂਰੀ ਵਿੱਚ ਸੁਰਖਰੂ ਨਹੀਂ ਹੋਇਆ ਜਾ ਸਕਦਾ, ਛੁੱਟਿਆ ਨਹੀਂ ਜਾ ਸਕਦਾ। ਕਿਉਂ ਦਰ ਸਾਹਿਬ ਛੁੱਟੀਏ ਦਾ ਮਤਲਬ ਸੁਰਖਰੂ ਕਿਵੇਂ ਹੋਈਏ। ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਸੁਰਖਰੂ ਹੋਣਾ, ਸੁਰਖਰੂ ਹੋਣ ਦਾ ਮਤਲਬ ਹੈ ਕਿ ਜੇ ਅਸੀਂ ਆਪਣੇ ਆਪ ਵੀ ਇਮਾਨਦਾਰੀ ਦੇ ਨਾਲ ਆਪਣੇ ਜੀਵਨ ਨੂੰ ਪੜਚੋਲੀਏ, ਸੱਚ ਨੂੰ ਬੇਸ ਬਣਾ ਕੇ ਕਿ ਅਸੀਂ ਇਨਸਾਨ ਹਾਂ, ਤਾਂ ਕੀ ਸਾਡੇ ਅੰਦਰ ਇਨਸਾਨੀਅਤ ਹੈ? ਕੀ ਅਸੀਂ ਇਨਸਾਨੀ ਜ਼ਿੰਦਗੀ ਜੀ ਰਹੇ ਹਾਂ? ਕੀ ਅਸੀਂ ਸੱਚ ਤੋਂ ਉਲਟ ਤੇ ਕੁਛ ਨਹੀਂ ਕਰਦੇ? ਕੀ ਸਾਡੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ ਆਦਿਕ ਹੈ? ਕੀ ਅਸੀਂ ਕਿਸੇ ਵਾਸਤੇ ਬੁਰਾ ਸੋਚਦੇ ਜਾਂ ਬੁਰਾ ਕਰਦੇ ਹਾਂ? ਜੇ ਇਸ ਚੀਜ਼ ਦਾ ਉੱਤਰ ਆ ਜਾਂਦਾ ਹੈ ਕਿ ਹਾਂ ਕਿ ਅਸੀਂ ਕਰਦੇ ਹਾਂ, ਤਾਂ ਫਿਰ ਅਸੀਂ ਸੁਰਖਰੂ ਤਾਂ ਨਾ ਹੋਏ, ਆਪਣੇ ਆਪ ਨੂੰ ਮੂੰਹ ਖਾਣ ਜੋਗੇ ਵੀ ਨਾ ਹੋਏ। ਤੇ ਜੇ ਅੰਦਰੋਂ ਆਵਾਜ਼ ਆ ਜਾਂਦੀ ਕਿ ਨਹੀਂ, ਅਸੀਂ ਐਸਾ ਕੁਛ ਨਹੀਂ ਕਰਦੇ,
ਸਾਡੇ ਅੰਦਰ ਸੱਚਾਈ ਹੈ, ਦਇਆ ਹੈ, ਪਿਆਰ ਹੈ, ਅਸੀਂ ਹਮੇਸ਼ਾ ਸੱਚ ਬੋਲਦੇ ਹਾਂ, ਸਾਡੀ ਜ਼ਿੰਦਗੀ ਬਿਲਕੁਲ ਸਾਫ਼ ਸੁਥਰੀ ਹੈ, ਤਾਂ ਇਹਦਾ ਮਤਲਬ ਅਸੀਂ ਆਪਣੇ ਅੱਗੇ ਸੁਰਖਰੂ ਹੋ ਗਏ। ਇਹਨੂੰ ਕਹਿੰਦੇ ਨੇ ਸਾਹਿਬ ਦੇ ਦਰ ਤੇ ਛੁੱਟਣਾ। ਹੁਣ ਸਾਹਿਬ ਦੇ ਦਰ ਦਾ ਮਤਲਬ ਕਿ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਬਾਣੀ ਹੈ, ਕਿਉਂਕਿ ਯੂਨੀਵਰਸਲ ਟਰੁੱਥ ਹੈ, ਗੁਰਬਾਣੀ ਨੂੰ ਬੇਸ ਬਣਾ ਕੇ ਆਪਣੇ ਜੀਵਨ ਨੂੰ ਪਰਖੀਏ ਕਿ ਕੀ ਸਾਰੀ ਮੁਕੰਮਲ ਸਾਡੀ ਜ਼ਿੰਦਗੀ ਗੁਰਬਾਣੀ ਤੇ ਪੂਰੀ ਉਤਰਦੀ ਹੈ। ਜੇ ਉਤਰਦੀ ਹੈ, ਫਿਰ ਅਸੀਂ ਗੁਰੂ ਨੂੰ ਮੂੰਹ ਖਾਣ ਜੋਗੇ ਹਾਂ, ਫਿਰ ਅਸੀਂ ਸੁਰਖਰੂ ਹਾਂ, ਫਿਰ ਅਸੀਂ ਬਰੀ ਹਾਂ। ਤੇ ਜੇ ਤੇ ਪੂਰੀ ਨਹੀਂ ਉਤਰਦੀ ਤਾਂ ਇਟ ਮੀਨਸ ਅਸੀਂ ਬਰੀ ਨਹੀਂ ਹਾਂ, ਸੁਰਖਰੂ ਨਹੀਂ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਮਨ ਦੇ ਅੰਦਰ ਅਨੇਕਾਂ ਤਰੰਗਾਂ ਨੇ ਵਿਸ਼ੇ ਵਿਕਾਰਾਂ ਦੀਆਂ, ਉਦੋਂ ਤੱਕ ਬੰਦਾ ਮਾਲਕ ਦੇ ਦਰ ਤੇ ਸੁਰਖਰੂ ਨਹੀਂ ਹੁੰਦਾ। ਤਾਂ ਗੁਰੂ ਜੀ ਮਨੁੱਖ ਮਾਤਰ ਨੂੰ ਐਸੀ ਜ਼ਿੰਦਗੀ ਦੇ ਰਹੇ ਨੇ ਕਿ ਬੰਦਾ ਰੱਬ ਦੇ ਦਰ ਤੇ ਸੁਰਖਰੂ ਹੋ ਸਕੇ, ਗੁਰੂ ਅੱਗੇ ਸੁਰਖਰੂ ਹੋ ਸਕੇ, ਐਸੀ ਜ਼ਿੰਦਗੀ ਜੀ ਸਕੇ। ਤੇ ਇਹਦਾ ਹੱਲ ਕੀ ਦੱਸ ਰਹੇ ਨੇ? ਜੇ ਰਾਚੈ ਸੱਚ ਰੰਗ, ਗੂੜੈ ਰੰਗ ਅਪਾਰ ਕੈ। ਅਪਾਰ ਕੈ ਦਾ ਮਤਲਬ ਅਪਾਰ ਹਰੀ ਦਾ ਜਿਹੜਾ ਗੂੜਾ ਰੰਗ ਹੈ, ਗੂੜੇ ਰੰਗ। ਅਪਾਰ ਕੈ ਦਾ ਮਤਲਬ ਜਿਹੜਾ ਪਾਰ ਤੋਂ ਰਹਿਤ ਰੱਬ ਹੈ, ਉਹਦੇ ਗੂੜੇ ਪ੍ਰੇਮ ਵਿੱਚ ਜੇ ਰਾਚੈ, ਰਾਚੈ ਦਾ ਮਤਲਬ ਜੇ ਰੰਗਿਆ ਜਾਏ, ਸੱਚ ਰੰਗ ਦਾ ਮਤਲਬ ਸੱਚ ਦੇ ਰੰਗ ਵਿੱਚ, ਜੇ ਬੇਅੰਤ ਪ੍ਰਭੂ ਦੇ ਗੂੜੇ ਪਿਆਰ ਵਿੱਚ, ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਰੰਗ ਵਿੱਚ, ਪਿਆਰ ਵਿੱਚ ਜੇ ਬੰਦਾ ਮਸਤ ਰਹੇ। ਹੁਣ ਅਧਿਕ ਤਰੰਗ ਜਿਹੜੇ ਨੇ ਉਹਨਾਂ ਤੋਂ ਬਚਣ ਦਾ ਸਾਧਨ ਦੱਸ ਰਹੇ ਨੇ ਕਿ ਕਿਵੇਂ ਬੰਦਾ ਸੁਰਖਰੂ ਹੋ ਸਕਦਾ ਹੈ। ਸੱਚ ਦੇ ਰੰਗ ਵਿੱਚ ਰੰਗਿਆ ਰਿਹਾ, ਯਾਨੀ ਮਾਨਸਿਕਤਾ ਵਿੱਚ ਕੇਵਲ ਸੱਚ ਹੋਵੇ, ਬੋਲਾਂ ਵਿੱਚ ਸੱਚ ਹੋਵੇ, ਬਿਹੇਵੀਅਰ ਵਿੱਚ ਸੱਚ ਹੋਵੇ। ਜੇ ਬੰਦਾ ਸੱਚ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਰੰਗ ਲੈ, ਗੂੜੇ ਰੰਗ ਅਪਾਰ ਕੈ, ਜਿਹੜਾ ਅਪਾਰ ਪ੍ਰਭੂ ਹੈ ਉਹਦੇ ਗੁਣਾਂ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈ, ਨਿਰਭੈਤਾ, ਨਿਰਵੈਰਤਾ, ਦਇਆ, ਪਿਆਰ, ਮੁਹੱਬਤ, ਇਨਸਾਨੀਅਤ, ਤਾਂ ਜਿਹੜੇ ਮਨ ਦੇ ਤਰੰਗ ਨੇ ਉਹਨਾਂ ਤੋਂ ਬਚ ਜਾਏਗਾ ਨਾ ਬੰਦਾ। ਗੁਰ ਪ੍ਰਸਾਦੀ ਛੁੱਟੀ ਹੈ ਜੇ ਚਿੱਤ ਲੱਗੈ ਸੱਚ। ਗੁਰੂ ਜੀ ਕਹਿੰਦੇ ਨੇ ਜੇ ਚਿੱਤ ਸੱਚ ਵਿੱਚ ਲੱਗ ਜਾਏ ਤਾਂ ਗੁਰੂ ਦੀ ਕਿਰਪਾ ਦੇ ਨਾਲ ਬੰਦਾ ਛੁੱਟ ਸਕਦਾ ਹੈ। ਗੁਰੂ ਦੀ ਕਿਰਪਾ ਨਾਲ ਜੇ ਚਿੱਤ ਸੱਚ ਵਿੱਚ ਲੱਗ ਜਾਏ ਔਰ ਜੇ ਬੰਦਾ ਸੱਚ ਦੇ ਰੰਗ ਨਾਲ ਆਪਣੀ ਮਾਨਸਿਕਤਾ ਨੂੰ ਰੰਗ ਲਵੇ, ਰੱਬੀ ਗੁਣਾਂ ਦੇ ਪ੍ਰੇਮ ਦੇ ਅੰਦਰ ਰੰਗਿਆ ਰਹੇ, ਤਾਂ ਉਹ ਬੰਦਾ ਛੁੱਟ ਸਕਦਾ ਹੈ। ਉਹਦੇ ਜਿਹੜੇ ਮਨ ਦੇ ਅਧਿਕ ਤਰੰਗ ਨੇ ਉਹ ਖਤਮ ਹੋ ਜਾਣਗੇ। ਉਹ ਇਨਸਾਨ ਜਿਹੜਾ ਹੈ ਰੱਬੀ ਦਰ ਦੇ ਉੱਤੇ ਸੁਰਖਰੂ ਹੋ ਜਾਏਗਾ। ਉਹਦੇ ਬੰਧਨ ਜਿਹੜੇ ਨੇ ਉਹ ਬੰਧਨਾਂ ਤੋਂ ਮੁਕਤ ਔਰ ਆਜ਼ਾਦ ਹੋ ਜਾਏਗਾ। ਉਹ ਇਨਸਾਨ ਇਹਨਾਂ ਚੀਜ਼ਾਂ ਤੋਂ ਛੁੱਟ ਸਕਦਾ ਹੈ। ਤਾਂ ਛੁੱਟਣ ਦਾ ਕੀ ਇਲਾਜ ਦੱਸ ਰਹੇ ਨੇ? ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਮੀਨਸ ਗੁਰੂ ਦਾ ਗਿਆਨ ਲੈ ਕੇ ਜੇ ਬੰਦਾ ਸੱਚ ਵਿੱਚ ਆਪਣੇ ਚਿੱਤ ਨੂੰ ਲਗਾ ਲਵੇ, ਰੱਬੀ ਗੁਣਾਂ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈ, ਤਾਂ ਇਹ ਜਿਹੜੇ ਮਨ ਦੇ ਅਧਿਕ ਤਰੰਗ ਨੇ ਇਹ ਖਤਮ ਹੋ ਜਾਣਗੇ। ਹੁਣ ਇਸ ਚੀਜ਼ ਨੂੰ ਹੋਰ ਸੌਖੇ ਢੰਗ ਦੇ ਨਾਲ ਸਮਝ ਲਓ। ਮਨ ਦੇ ਵਿੱਚ ਵਿਚਾਰ ਆਉਣੇ ਹੀ ਆਉਣੇ ਨੇ, ਮਨ ਦੇ ਅੰਦਰ ਵਿਚਾਰ ਪੈਦਾ ਹੋਣਗੇ ਹੀ, ਕਿਉਂਕਿ ਮਨ ਹੈ ਹੀ ਉਹ ਜਿਸ ਤਰ੍ਹਾਂ ਹੀ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਦਿਮਾਗ ਦੀ ਉਹ ਐਕਟੀਵਿਟੀ, ਵਿਚਾਰ ਪੈਦਾ ਹੋਣਗੇ ਹੀ ਹੋਣਗੇ। ਤਾਂ ਨੈਗੇਟਿਵਿਟੀ ਤੋਂ ਛੁੱਟਣ ਦਾ ਇੱਕੋ ਹੀ ਇਲਾਜ ਹੈ ਕਿ ਆਪਣੇ ਮਨ ਦੇ ਅੰਦਰ ਪੋਜ਼ਿਟਿਵਿਟੀ ਹੋਵੇ, ਵਿਚਾਰ ਚੰਗੇ ਪੈਦਾ ਕਰੇ। ਸੱਚ ਦੇ ਵਿਚਾਰ ਪੈਦਾ ਕਰੇਗਾ ਤਾਂ ਝੂਠ ਛੁੱਟ ਜਾਏਗਾ, ਅੰਦਰ ਪਿਆਰ ਦੇ ਵਿਚਾਰ ਪੈਦਾ ਹੋਣਗੇ, ਈਰਖਾ ਤੋਂ ਛੁੱਟ ਜਾਏਗਾ। ਤੇ ਗੁਰੂ ਜੀ ਸਾਨੂੰ ਇਹਨਾਂ ਗੁਣਾਂ ਦੇ ਨਾਲ ਹੀ ਜੋੜਦੇ ਨੇ। ਪੌੜੀ, ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ। ਕਿਉਂ ਕੀਜੇ ਦਾ ਮਤਲਬ ਕਿਵੇਂ ਮੁੱਲ ਪਾਇਆ ਜਾ ਸਕਦਾ ਹੈ। ਕਿਉਂ ਕੀਮਤ ਕੀਜੇ ਦਾ ਮਤਲਬ ਮੁੱਲ ਕਿਵੇਂ ਪਾਇਆ ਜਾ ਸਕਦਾ ਹੈ। ਰੱਬ ਦੇ ਨਾਮ ਦਾ, ਰੱਬ ਦੇ ਹੁਕਮ ਦਾ, ਰੱਬੀ ਗੁਣਾਂ ਦਾ ਕੋਈ ਕੀਮਤ ਪਾਈ ਜਾ ਸਕਦੀ ਹੈ? ਨਹੀਂ ਪਾਈ ਜਾ ਸਕਦੀ। ਕਿਹੜੀ ਕੀਮਤ ਦੇ ਨਾਲ ਅਸੀਂ ਰੱਬੀ ਹੁਕਮ ਨੂੰ ਖਰੀਦ ਸਕਦੇ ਹਾਂ? ਕੋਈ ਕੀਮਤ ਹੈ ਕਿ 2-4 ਹਜ਼ਾਰ ਕਰੋੜ ਡਾਲਰ ਜਾਂ ਪਾਉਂਡ ਦੇ ਕੇ ਤੇ ਸੂਰਜ ਨੂੰ ਕਹਿ ਦਿੱਤਾ ਜਾਏ ਵੀ ਇਹ ਪਾਉਂਡ ਅਸੀਂ ਖਰਚ ਦਿਆਂਗੇ ਤੇ ਤੂੰ ਧਰਤੀ ਦੇ ਚਫੇਰੇ ਚੱਕਰ ਸ਼ੁਰੂ ਕਰ ਦੇ? ਤਾਂ ਕਦੇ ਐਸਾ ਹੋਣਾ ਨਹੀਂ ਨਾ। ਕਦੀ ਅਸੀਂ 10-20 ਅਰਬ ਖਰਬ ਰੁਪਇਆ ਖਰਚ ਕੇ ਵੀ ਤੇ ਟਾਈਮ ਨੂੰ 1 ਮਿੰਟ ਅੱਗੇ ਪਿੱਛੇ ਕਰ ਸਕਦੇ ਹਾਂ?
ਜਿਹੜਾ ਬੀਤ ਗਿਆ ਟਾਈਮ ਹੈ ਉਹਨੂੰ ਵਾਪਸ ਬੁਲਾ ਸਕਦੇ ਆ? ਨਹੀਂ ਬੁਲਾ ਸਕਦੇ, ਕਿਉਂਕਿ ਸਿਸਟਮ ਦੇ ਉਲਟ ਕੁਝ ਹੋ ਨਹੀਂ ਸਕਦਾ ਕਿਸੇ ਵੀ ਕੀਮਤ ਨਾਲ। ਕੋਈ ਵੀ ਕੀਮਤ ਜਿਹੜੀ ਸਿਸਟਮ ਨੂੰ ਨਹੀਂ ਬਦਲ ਸਕਦੀ। ਸਿਸਟਮ ਦੇ ਅੰਦਰ ਰਹਿ ਕੇ ਜੋ ਮਰਜ਼ੀ ਅਸੀਂ ਕਰ ਸਕਦੇ ਹਾਂ, ਬਹੁਤ ਕੁਝ ਕਰ ਸਕਦੇ ਹਾਂ, ਲੇਕਿਨ ਰੱਬੀ ਹੁਕਮ ਨੂੰ ਕਿਸੇ ਕੀਮਤ ਦੇ ਨਾਲ ਨਾ ਖਰੀਦਿਆ ਜਾ ਸਕਦਾ ਹੈ, ਨਾ ਬਦਲਿਆ ਜਾ ਸਕਦਾ ਹੈ। ਹਰ ਕਾ ਨਾਮ ਅਮੋਲ ਹੈ। ਰੱਬ ਦਾ ਜਿਹੜਾ ਹੁਕਮ ਹੈ ਉਹ ਅਮੁੱਲਕ ਹੈ, ਉਹਦਾ ਕੋਈ ਕੀਮਤ ਨਹੀਂ ਹੈ। ਕਿਉਂ ਕੀਮਤ ਕੀਜੈ? ਉਹਦੀ ਕੀਮਤ ਕਿਵੇਂ ਪਾ ਸਕਦੇ ਹਾਂ? ਭਾਵ ਕਿ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦੀ ਕਿਸੇ ਕੀਮਤ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਨਾ ਦਾਨ ਪੁੰਨ ਕਰਕੇ, ਨਾ ਵਰਤ ਰੱਖ ਕੇ, ਨਾ ਸਰਾਧ ਕਰਕੇ, ਨਾ ਤੀਰਥਾਂ ਤੇ ਨਹਾ ਕੇ, ਨਾ ਸਮਾਧੀਆਂ ਲਾ ਕੇ, ਨਾ ਜੰਗਲਾਂ ਵਿੱਚ ਜਾ ਕੇ, ਨਾ ਗ੍ਰਸਤ ਦਾ ਤਿਆਗ ਕਰਕੇ ਸਿਸਟਮ ਨੂੰ ਬਦਲੇ ਹੀ ਨਹੀਂ ਜਾ ਸਕਦਾ। ਇਹ ਕੀਮਤ ਨਹੀਂ ਹੈ। ਜਿਹੜੀਆਂ ਅਸੀਂ ਕੀਮਤਾਂ ਦੇ ਰਹੇ ਹਾਂ ਨਾ, ਧੂਫ ਦਿਖਾ ਦਿਓ ਤੇ ਗੁਰੂ ਨਾਨਕ ਦੇਵ ਦੀ ਫੋਟੋ ਜਾਂ ਹੋਰ ਕੋਈ ਤਸਵੀਰ ਜਾਂ ਮੂਰਤੀ, ਵੀ ਧੂਫਾਂ ਦਿਖਾ ਦਿਓ 5-7 ਚੱਕਰ ਕੱਟ ਲਓ, ਤੇ ਇਹ ਕੋਈ ਕੀਮਤ ਥੋੜਾ ਹੈ? ਇਹਦੇ ਨਾਲ ਕੋਈ ਸਿਸਟਮ ਥੋੜਾ ਬਦਲਿਆ ਜਾਣਾ ਹੈ। ਰੱਬ ਦੇ ਹੁਕਮ ਦੀ, ਰੱਬੀ ਗੁਣਾਂ ਦੀ ਕੋਈ ਕੀਮਤ ਨਹੀਂ ਹੈ। ਇਸ ਕੀਮਤ ਦੇ ਨਾਲ ਇਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਆਪੇ ਸ੍ਰਿਸ਼ਟ ਸਭ ਸਾਜੀਆਂ, ਆਪੇ ਵਰਤੀਜੈ। ਸਾਜੀਆਂ ਦਾ ਮਤਲਬ ਸਾਜੀ ਹੈ, ਵਰਤੀਜੈ ਦਾ ਮਤਲਬ ਵਰਤ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਿ ਪ੍ਰਭੂ ਦੇ ਹੁਕਮ ਦੀ ਕਿਵੇਂ ਕੀਮਤ ਦਿੱਤੀ ਜਾ ਸਕਦੀ ਹੈ? ਕਿਉਂਕਿ ਉਹਨੇ ਆਪ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਹਰ ਥਾਂ ਤੇ ਮੌਜੂਦ ਹੈ। ਆਪੇ ਸ੍ਰਿਸ਼ਟ ਸਾਜੀਆਂ, ਆਪ ਹੀ ਸ੍ਰਿਸ਼ਟੀ ਸਾਜੀ ਹੈ। ਆਪੇ ਵਰਤੀਜੇ ਦਾ ਮਤਲਬ ਆਪ ਹੀ ਵਰਤ ਰਿਹਾ ਹੈ, ਆਪ ਹੀ ਫੈਲਿਆ ਹੋਇਆ ਹੈ, ਆਪ ਹੀ ਸਮਾਇਆ ਹੋਇਆ ਹੈ। ਤਾਂ ਉਹਦੀ ਕੀਮਤ ਕਿਵੇਂ ਪਾਓ? ਇਹ ਗੱਲ ਸਮਝਣ ਵਾਲੀ ਹੈ। ਜੇ ਧਰਮੀ ਮਨੁੱਖਾਂ ਦੀ ਜ਼ਿੰਦਗੀ ਵਿੱਚ, ਸੋਚ ਵਿੱਚ ਇਹ ਗੱਲ ਬਹਿ ਜਾਏ, ਇਹ ਚੀਜ਼ ਸਮਝ ਆ ਜਾਏ, ਤਾਂ ਕਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਸਕਦਾ ਹੈ ਜੇ ਅਮਲ ਕੀਤਾ ਜਾਏ ਕਿ ਰੱਬ ਆਪ ਹੀ ਆਪ ਵਰਤ ਰਿਹਾ ਹੈ, ਹਰ ਥਾਂ ਦੇ ਉੱਤੇ ਆਪ ਹੀ ਫੈਲਿਆ ਹੋਇਆ ਹੈ, ਉਹਦੇ ਤੋਂ ਵੱਖਰਾ ਕੁਝ ਨਹੀਂ ਹੈ। ਅਸੀਂ ਸਾਰੇ ਉਹਦਾ ਅੰਗ ਹਾਂ। ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ ਤਾਂ ਅਸੀਂ ਉਹਦੀਆਂ ਲਹਿਰਾਂ ਔਰ ਬੁਲਬੁਲੇ ਹਾਂ। ਜੇ ਰੱਬ ਇੱਕ ਰੁੱਖ ਹੈ ਤਾਂ ਫਿਰ ਅਸੀਂ ਉਹਦੀਆਂ ਟਹਿਣੀਆਂ, ਪੱਤੇ, ਫੁੱਲ ਔਰ ਫਲ ਹਾਂ। ਜੇ ਰੱਬ ਆ ਧਰਤੀ ਹੈ ਤਾਂ ਅਸੀਂ ਉਹਦੇ ਨਿੱਕੇ ਨਿੱਕੇ ਕਿਣਕੇ ਹਾਂ, ਉਹਦੇ ਤੋਂ ਵੱਖਰੇ ਨਹੀਂ ਹਾਂ। ਜੇ ਇਹ ਚੀਜ਼ ਸਮਝ ਆ ਜਾਏ ਔਰ ਬੰਦਾ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰੇ ਤਾਂ ਕਿੰਨਾ ਸੋਹਣਾ ਜੀਵਨ ਹੋ ਸਕਦਾ ਹੈ। ਲੇਕਿਨ ਇਸ ਪਾਸੇ ਆਮ ਬੰਦੇ ਦਾ ਧਿਆਨ ਨਹੀਂ ਹੈ, ਭਟਕਿਆ ਹੋਇਆ ਹੈ ਕਿ ਸ਼ਾਇਦ ਰੱਬ ਨੂੰ ਸਮਾਧੀਆਂ ਸਮੂਧੀਆਂ ਲਾ ਕੇ ਹੀ ਖੁਸ਼ ਕੀਤਾ ਜਾ ਸਕਦਾ ਹੈ। ਗੁਰੂ ਦੀ ਰਹਿਮਤ ਕਰੇ ਇਹਨਾਂ ਚੀਜ਼ਾਂ ਨੂੰ ਆਮ ਬੰਦਾ ਸਮਝ ਕੇ ਅਮਲ ਵਿੱਚ ਲਿਆ ਸਕੇ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਗੁਰਮੁਖ ਸਦਾ ਸਲਾਹੀ ਹੈ, ਸੱਚ ਕੀਮਤ ਕੀਜੈ। ਹੁਣ ਕੀਮਤ ਦੱਸ ਰਹੇ ਨੇ ਕਿ ਕੀਮਤ ਕੀ ਹੈ, ਮੁੱਲ ਕੀ ਹੈ। ਪ੍ਰਭੂ ਦੀ ਪ੍ਰਾਪਤੀ ਵਾਸਤੇ ਅਸੀਂ ਮੁੱਲ ਕੀ ਦੇ ਸਕਦੇ ਹਾਂ? ਕਿਹੜੀ ਕੀਮਤ ਹੈ ਉਹ? ਕਿਹੜਾ ਕਰਮ ਹੈ ਜੋ ਅਸੀਂ ਕਰ ਸਕਦੇ ਹਾਂ? ਤਾਂ ਗੁਰੂ ਜੀ ਕਹਿੰਦੇ ਨੇ ਗੁਰਮੁਖ ਸਦਾ ਸਲਾਹੀ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ। ਸਲਾਹੀਏ ਦਾ ਮਤਲਬ ਰੱਬੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਰੱਬੀ ਗੁਣ ਗਾਣੇ ਚਾਹੀਦੇ ਨੇ। ਗੁਰਮੁਖ ਸਦਾ ਸਲਾਹੀ ਹੈ, ਰੱਬੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਮਤਲਬ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਇਹ ਕੀਮਤ ਹੈ। ਸੱਚ ਕੀਮਤ ਕੀਜੈ, ਔਰ ਜੋ ਪ੍ਰਭੂ ਦੀ ਕੀਮਤ ਹੈ ਸੱਚ ਹੈ। ਸੱਚ ਨੂੰ ਮੁੱਲ ਬਣਾਇਆ ਜਾ ਸਕਦਾ ਹੈ, ਮਤਲਬ ਸੱਚ ਬੋਲਣਾ, ਸੱਚ ਸੁਣਨਾ, ਸੱਚ ਵੇਖਣਾ, ਸੱਚ ਕਮਾਣਾ। ਸਚਿਆਰ ਹੋਣਾ ਹੀ ਇੱਕੋ ਇੱਕ ਕੀਮਤ ਹੈ, ਹੋਰ ਕੁਛ ਨਹੀਂ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਰੱਬੀ ਗੁਣਾਂ ਦੇ ਧਾਰਨੀ ਹੋਣਾ ਔਰ ਸੱਚੀ ਜ਼ਿੰਦਗੀ ਜੀਣੀ, ਇਹੀ ਇੱਕ ਕੀਮਤ ਹੈ। ਇਹਦੇ ਬਦਲੇ ਹੀ ਪਾਇਆ ਜਾ ਸਕਦਾ ਹੈ, ਹੋਰ ਕੋਈ ਕੀਮਤ ਨਹੀਂ। ਨਾ ਦਾਨ ਪੁੰਨ ਨਾਲ ਰੱਬ ਮਿਲੇਗਾ ਕਿ 2 ਨੰਬਰ ਦੇ ਧੰਦੇ ਕਰ ਕਰਕੇ, ਪੈਸਾ ਇਕੱਠਾ ਕਰਕੇ ਤੇ ਬੰਦਾ ਵਿੱਚੋਂ ਦਾਨ ਕਰਕੇ ਤੇ ਧਰਮੀ ਬਣ ਕੇ ਰੱਬ ਨੂੰ ਪਾ ਲੈ, ਐਵੇਂ ਨਹੀਂ ਹੋਣਾ। ਮਾਂ-ਬਾਪ ਦੀ ਸਾਰੀ ਜ਼ਿੰਦਗੀ ਸੇਵਾ ਨਾ ਕਰੇ, ਰੋਟੀ ਪ੍ਰਸ਼ਾਦਾ ਨਾ ਦੇ ਤੇ ਮਰਨ ਤੋਂ ਬਾਅਦ ਫਿਰ ਸਰਾਧ ਕਰਾ ਕੇ ਰੱਬ ਨੂੰ ਖੁਸ਼ ਕਰਨਾ ਚਾਹੇ ਤੇ ਐਵੇਂ ਰੱਬ ਖੁਸ਼ ਨਹੀਂ ਹੁੰਦਾ। ਲੋਕਾਂ ਦਾ ਹੱਕ ਖਾ ਖਾ ਕੇ ਤੇ ਸਾਲ ਵਿੱਚ 2-3 ਬਰਤਨ ਰਾਤੇ ਰੱਖ ਲੈ ਤੇ ਐਵੇਂ ਰੱਬ ਖੁਸ਼ ਨਹੀਂ ਹੁੰਦਾ। ਰੱਬ ਨੂੰ ਖੁਸ਼ ਕਰਨ ਦੀ ਕੀਮਤ ਇੱਕੋ ਹੀ ਹੈ, ਰੱਬੀ ਗੁਣਾਂ ਨੂੰ ਗਾਣਾ ਔਰ ਸੱਚ ਦੇ ਧਾਰਨੀ ਹੋਣਾ।
ਗੁਰ ਸ਼ਬਦੀ ਕਮਲ ਵਿਗਾਸਿਆ ਇਵ ਹਰ ਰਸ ਪੀਜੈ। ਗੁਰ ਸ਼ਬਦੀ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ, ਜਿਵੇਂ ਦੱਸਿਆ ਨਾ ਗੁਰਮੁਖ ਸਦਾ ਸਲਾਹੀ ਹੈ, ਕਿ ਗੁਰੂ ਦੀ ਮਾਤਰਾ ਹੀ ਜਦੋਂ ਅਸੀਂ ਸਿਫਤ ਸਲਾਹ ਕਰਾਂਗੇ, ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ, ਤਾਂ ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਕੀ ਹੋਵੇਗਾ? ਗੁਰ ਸ਼ਬਦੀ ਕਮਲ ਵਿਗਾਸਿਆ। ਕਮਲ ਦਾ ਮਤਲਬ ਹਿਰਦਾ, ਵਿਗਾਸਿਆ ਦਾ ਮਤਲਬ ਖਿੜ ਪੈਂਦਾ ਹੈ। ਤਾਂ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਸ਼ਬਦ ਉਪਦੇਸ਼ ਤੇ ਅਮਲ ਕੀਤਿਆਂ ਹਿਰਦਾ ਕਮਲ ਖਿੜ ਪੈਂਦਾ ਹੈ, ਯਾਨੀ ਅੰਦਰ ਖੇੜਾ ਆ ਜਾਂਦਾ ਹੈ। ਅੰਦਰ ਸਤ ਸੰਤੋਖ ਦਇਆ ਧਰਮ ਦੇ ਫੁੱਲ ਖਿੜ ਜਾਂਦੇ ਨੇ, ਅੰਦਰ ਪੋਜ਼ਿਟਿਵਿਟੀ ਆ ਜਾਂਦੀ ਹੈ, ਬੰਦੇ ਦੇ ਅੰਦਰ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ, ਅੰਦਰ ਸਕਾਰਾਤਮਕਤਾ ਆ ਜਾਂਦੀ ਹੈ, ਅੰਦਰ ਨਵੀਆਂ ਖੁਸ਼ੀਆਂ ਖੇੜੇ ਪੈਦਾ ਹੋ ਜਾਂਦੇ ਨੇ। ਇਵ ਹਰ ਰਸ ਪੀਜੈ, ਐਵੇਂ ਹਰੀ ਦਾ ਰਸ ਪੀਤਾ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ। ਹਰੀ ਦੇ ਮਿਲਾਪ ਦਾ ਆਨੰਦ ਐਵੇਂ ਮਾਣਿਆ ਜਾ ਸਕਦਾ ਹੈ। ਇਹ ਹੈ ਕੀਮਤ, ਇਹ ਹੈ ਭਗਤੀ, ਇਹ ਹੈ ਬੰਦਗੀ, ਇਹ ਹੈ ਸਿਮਰਨ, ਇਹ ਹੈ ਗੁਰਮਤ ਦਾ ਜੀਵਨ। ਜੇ ਕੋਈ ਚਾਹੁੰਦਾ ਹੈ ਤਾਂ ਗੁਰਬਾਣੀ ਦੇ ਉੱਤੇ ਅਮਲ ਕਰੇ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੇ। ਜਦੋਂ ਗੁਣਾਂ ਨੂੰ ਇੰਪਲੀਮੈਂਟ ਕਰੇਗਾ, ਸੱਚ ਨੂੰ ਇੰਪਲੀਮੈਂਟ ਕਰੇਗਾ, ਹਿਰਦੇ ਦੇ ਅੰਦਰ ਖੇੜਾ ਰਹੇਗਾ, ਹਰ ਪਲ ਖੇੜਾ ਰਹੇਗਾ। ਔਰ ਜਿਹੜਾ ਹਰ ਪਲ ਗੁਣਾਂ ਦਾ ਧਾਰਨੀ ਹੋਏਗਾ, ਤੇ ਜਦੋਂ ਗੁਣਾਂ ਵਾਲੀ ਜ਼ਿੰਦਗੀ ਜੀਵੇਗਾ, ਤੇ ਜਿਹੜਾ ਗੁਣਾਂ ਰਾਹੀਂ ਸੁੱਖ ਔਰ ਖੁਸ਼ੀ ਪੈਦਾ ਹੋਏਗੀ, ਉਹਨੂੰ ਉਹ ਹਮੇਸ਼ਾ ਮਾਣਦਾ ਰਹੇਗਾ। ਤੇ ਜਿਸ ਬੰਦੇ ਦੇ ਅੰਦਰ ਜੈਲਸੀ ਹੈ, ਜਦੋਂ ਉਹ ਜੈਲਸੀ ਕਰੇਗਾ ਤੇ ਫਿਰ ਅੰਦਰੇ ਅੰਦਰ ਸੜਦਾ ਰਹੇਗਾ। ਜਿਹਦੇ ਅੰਦਰ ਕ੍ਰੋਧ ਹੈ, ਅੰਦਰ ਕ੍ਰੋਧ ਹੈ ਤਾਂ ਕ੍ਰੋਧ ਦੀ ਅੱਗ ਵਿੱਚ ਸੜਦਾ ਰਹੇਗਾ। ਜਿਹਦੇ ਅੰਦਰ ਲੋਭ ਹੈ ਤਾਂ ਲੋਭ ਦੀ ਅੱਗ ਦੇ ਅੰਦਰ ਸੜਦਾ ਰਹੇਗਾ। ਹੈ ਨਾ ਇਹ ਚੀਜ਼ ਸਮਝਣ ਵਾਲੀ। ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਚੀਜ਼ ਮੰਨਣਾ ਚਾਹੁੰਦੇ ਹਾਂ, ਸਾੜਾ ਜਾਂ ਖੁਸ਼ੀ। ਤਾਂ ਜਿਨ੍ਹਾਂ ਦਾ ਗੁਰੂ ਦੇ ਸ਼ਬਦ ਰਾਹੀਂ ਹਿਰਦਾ ਕਮਲ ਖਿੜ ਜਾਂਦਾ ਹੈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪੈਦਾ ਹੁੰਦੀ ਹੈ, ਉਹ ਰੱਬੀ ਗੁਣਾਂ ਦਾ ਆਨੰਦ ਔਰ ਰਸ ਮਾਣਦੇ ਨੇ। ਤੇ ਉਹਨਾਂ ਨੂੰ ਫਿਰ ਮਿਲਦਾ ਕੀ ਹੈ? ਆਵਣ ਜਾਣਾ ਠਾਕਿਆ। ਆਵਣ ਜਾਣਾ ਦਾ ਮਤਲਬ ਭਟਕਣਾ, ਜਿਹਨੂੰ ਪਹਿਲੀ ਪੰਕਤੀ ਵਿੱਚ ਕਿਹਾ ਸੀ ਨਾ, ਮਨ ਕੇ ਅਧਿਕ ਤਰੰਗ, ਉਹਨੂੰ ਹੁਣ ਇੱਥੇ ਆਵਣ ਜਾਣਾ ਕਹਿ ਰਿਹਾ। ਮਨ ਕੇ ਅਧਿਕ ਤਰੰਗ, ਮਨ ਦੇ ਵਿੱਚ ਅਨੇਕਾਂ ਲਹਿਰਾਂ, ਈਰਖਾ, ਦਵੇਸ਼, ਵੈਰ, ਵਿਰੋਧ, ਮਨ ਆ ਰਿਹਾ ਹੈ, ਜਾ ਰਿਹਾ ਹੈ। ਇਹ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ, ਭਾਲਦਾ ਹੈ, ਦੌੜਦਾ ਹੈ, ਮਨ ਦੌੜ ਰਿਹਾ ਹੈ, ਓਵਰ ਥਿੰਕਿੰਗ ਦਾ ਸ਼ਿਕਾਰ ਹੋ ਗਿਆ ਹੈ। ਅਨੇਕਾਂ ਨੈਗੇਟਿਵ ਵਿਚਾਰ, ਈਰਖਾ, ਦਵੇਸ਼, ਵੈਰ, ਵਿਰੋਧ ਦੇ ਆਈ ਜਾ ਰਹੇ ਨੇ। ਠਾਕਿਆ ਦਾ ਮਤਲਬ ਰੋਕ ਦਿੱਤਾ। ਸੁੱਖ ਦਾ ਮਤਲਬ ਸੁੱਖ ਵਿੱਚ, ਸਹਿਜ ਦਾ ਮਤਲਬ ਸਹਿਜ ਵਿੱਚ, ਸਵੀਜੈ ਦਾ ਮਤਲਬ ਬੰਦਾ ਸੌਂ ਜਾਂਦਾ ਹੈ, ਲੀਨ ਰਹਿੰਦਾ ਹੈ, ਟਿਕ ਜਾਂਦਾ ਹੈ। ਤਾਂ ਫਿਰ ਜਦੋਂ ਗੁਰੂ ਦੇ ਸ਼ਬਦ ਰਾਹੀਂ ਸੱਚ ਨੂੰ ਆਧਾਰ ਬਣਾਉਂਦਾ ਹੈ, ਗੁਣਾਂ ਦਾ ਧਾਰਨੀ ਹੁੰਦਾ ਹੈ, ਇਹਦੇ ਅੰਦਰ ਖੇੜਾ ਆਉਂਦਾ ਹੈ, ਵਿਗਾਸਤਾ ਆਉਂਦੀ ਹੈ, ਤਾਂ ਫਿਰ ਇਹਦਾ ਜਿਹੜਾ ਭਟਕਣਾ ਹੈ ਉਹ ਮੁੱਕ ਜਾਂਦੀ ਹੈ, ਰੁਕ ਜਾਂਦਾ ਹੈ। ਠਾਕਿਆ ਦਾ ਮਤਲਬ ਰੋਕਿਆ ਜਾਂਦਾ ਹੈ, ਮਨ ਕੇ ਅਧਿਕ ਤਰੰਗ ਖਤਮ ਹੋ ਜਾਂਦੇ ਨੇ, ਇਹਦੀ ਭਟਕਣਾ ਮੁੱਕ ਜਾਂਦੀ ਹੈ। ਠਾਕਿਆ ਦਾ ਮਤਲਬ ਮਨ ਠਾਕਿਆ ਜਾਂਦਾ ਹੈ, ਰੋਕਿਆ ਜਾਂਦਾ ਹੈ, ਰੋਕ ਲੱਗ ਜਾਂਦੀ ਹੈ। ਔਰ ਕਿੱਥੇ ਰੁਕ ਜਾਂਦਾ ਹੈ? ਸੱਚ ਦੇ ਵਿੱਚ ਟਿਕ ਜਾਂਦਾ ਹੈ, ਗੁਣਾਂ ਦੇ ਵਿੱਚ ਟਿਕ ਜਾਂਦਾ ਹੈ, ਸਿਰਫ ਗੁਣਾਂ ਵਿੱਚ। ਸੁਖ ਸਹਿਜ ਸਵੀਜੈ, ਤੇ ਫਿਰ ਸ਼ਾਂਤ ਅਡੋਲ ਆਤਮਕ ਅਵਸਥਾ ਦੇ ਵਿੱਚ ਬੰਦਾ ਲੀਨ ਹੋ ਜਾਂਦਾ ਹੈ। ਫਿਰ ਉਹਦੇ ਅੰਦਰ ਬਿਲਕੁਲ ਸ਼ਾਂਤੀ ਹੈ, ਆਤਮਕ ਅਡੋਲਤਾ ਹੈ, ਔਰ ਫਿਰ ਉਹ ਸ਼ਾਂਤੀ ਦਾ ਆਨੰਦ ਹਮੇਸ਼ਾ ਮਾਣਦਾ ਹੈ। ਉਹ ਹਮੇਸ਼ਾ ਸ਼ਾਂਤ ਹੈ। ਫਿਰ ਉਹ ਤੱਤੀ ਤਵੀ ਤੇ ਬਹਿ ਕੇ ਵੀ ਸ਼ਾਂਤ ਹੈ, ਦੇਗ ਵਿੱਚ ਉਬਲਦੇ ਹੋਏ ਵੀ ਗੁਰੂ ਜੀ ਸ਼ਾਂਤ ਨੇ, ਫਿਰ ਆਰੇ ਦੇ ਨਾਲ ਚਿਰਦੇ ਹੋਏ ਵੀ ਸ਼ਾਂਤ ਨੇ, ਤੇ ਬੱਚਿਆਂ ਦੇ ਟੁਕੜਿਆਂ ਦੇ ਗਲੇ ਦੇ ਹਾਰ ਬਣਵਾ ਕੇ ਵੀ ਉਹ ਸ਼ਾਂਤ ਨੇ। ਉਹਨਾਂ ਦੇ ਅੰਦਰ ਅਸ਼ਾਂਤੀ ਨਹੀਂ ਹੈ। ਮੀਨਸ ਕਿ ਉਹਨਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਝਗੜੇ, ਰੌਲੇ ਰੱਪੇ ਨਹੀਂ ਹਨ। ਉਹ ਸ਼ਾਂਤ ਅਵਸਥਾ ਵਿੱਚ ਟਿਕ ਜਾਂਦੇ ਨੇ, ਔਰ ਐਸੇ ਲੋਕ ਹੀ ਫਿਰ ਦੁਨੀਆ ਨੂੰ ਵੀ ਸ਼ਾਂਤੀ ਦੇ ਸਕਦੇ ਨੇ। ਸ਼ਲੋਕ ਮਹਿਲਾ ਪਹਿਲਾ। ਨਾ ਮੈਲਾ ਨਾ ਧੁੰਧਲਾ, ਨਾ ਭਗਵਾਂ ਨਾ ਕੱਚ। ਇਸ ਸ਼ਲੋਕ ਨੂੰ ਥੋੜਾ ਧਿਆਨ ਦੇ ਨਾਲ ਸਮਝਣਾ। ਨਾ ਮੈਲਾ, ਮੈਲਾ ਦਾ ਮਤਲਬ ਵਿਕਾਰਾਂ ਦੇ ਨਾਲ ਲਿਬੜਿਆ ਹੋਇਆ। ਨਾ ਮੈਲਾ ਦਾ ਮਤਲਬ ਵਿਕਾਰਾਂ ਦੇ ਨਾਲ ਲਿਬੜਿਆ ਹੋਇਆ ਨਹੀਂ ਹੈ। ਨਾ ਧੁੰਦਲਾ,
ਹੁਣ ਧੁੰਦਲਾ ਕਹਿੰਦੇ ਨੇ ਜਿਹਨੂੰ ਸਾਫ਼ ਨਜ਼ਰੀ ਨਾ ਪਵੇ। ਜਦੋਂ ਅੱਖਾਂ ਕਿਤੇ ਖਰਾਬ ਹੋ ਜਾਣ ਨਾ ਤਾਂ ਧੁੰਦਲਾ ਧੁੰਦਲਾ ਦਿਸਣ ਲੱਗ ਪੈਂਦਾ ਹੈ। ਸਾਫ਼ ਨਜ਼ਰੀ ਨਾ ਆਵੇ, ਹਨੇਰਾ ਹੋਵੇ ਤੇ ਧੁੰਦਲਾ ਧੁੰਦਲਾ ਜਿਹਾ ਦਿਸਦਾ ਹੈ, ਧੁੰਦ ਹੋਵੇ ਤੇ ਸਾਫ਼ ਨਜ਼ਰੀ ਨਹੀਂ ਪੈਂਦਾ। ਨਾ ਧੁੰਦਲਾ, ਧੁੰਦਲਾ ਦਾ ਮਤਲਬ ਅੱਖਾਂ ਦੇ ਅੱਗੇ ਧੁੰਦ ਆ ਜਾਣਾ, ਤੇ ਨਾ ਧੁੰਦਲਾ ਦਾ ਮਤਲਬ ਜਿਹਦੀਆਂ ਅੱਖਾਂ ਅੱਗੇ ਧੁੰਦ ਨਹੀਂ ਹੈ, ਜਿਹਦੀ ਨਿਗਾਹ ਸਾਫ਼ ਹੈ। ਨਾ ਭਗਵਾਂ, ਭਗਵਾਂ ਦਾ ਮਤਲਬ ਭਗਵਾਂ ਰੰਗ, ਭਗਵਾਂ ਭੇਸ਼, ਭਗਵੇਂ ਆਦਿ ਕੱਪੜੇ ਪਾਣੇ। ਨਾ ਕੱਚ, ਕੱਚ ਦਾ ਮਤਲਬ ਨਾਸ਼ਵੰਤ ਪਦਾਰਥ ਜਿਹੜੇ ਕੱਚੇ ਨੇ, ਨਾਸ਼ਵੰਤ ਨੇ, ਜਿਹੜੇ ਨਾਸ਼ਵੰਤ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਗਲੇ ਪੰਕਤੀ ਦੇ ਵਿੱਚ ਦੱਸਦੇ ਨੇ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ, ਕਿ ਉਸ ਮਨੁੱਖ ਦਾ ਮਨ ਵਿਕਾਰਾਂ ਨਾਲ ਨਹੀਂ ਲਿਬੜਦਾ। ਨਾ ਮੈਲਾ, ਕਿ ਉਸ ਮਨੁੱਖ ਦਾ ਮਨ ਮੈਲਾ ਨਹੀਂ ਹੁੰਦਾ, ਮਨ ਵਿਕਾਰਾਂ ਨਾਲ ਨਹੀਂ ਲਿਬੜਦਾ, ਉਹਦੀ ਸੋਚ ਵਿਕਾਰਾਂ ਵਿੱਚ ਨਹੀਂ ਲਿਬੜਦੀ। ਕਾਮ, ਕ੍ਰੋਧ, ਲੋਭ, ਹੰਕਾਰ, ਈਰਖਾ, ਦਵੇਸ਼, ਵੈਰ, ਵਿਰੋਧ, ਜਾਤੀਵਾਦ, ਉਹਦਾ ਮਨ ਨਹੀਂ ਲਿਬੜਦਾ। ਨਾ ਧੁੰਦਲਾ, ਨਾ ਉਹਨੂੰ ਧੁੰਦਲਾ ਦਿਸਦਾ, ਉਹਦੀਆਂ ਅੱਖਾਂ ਅੱਗੇ ਧੁੰਦ ਨਹੀਂ ਹੁੰਦੀ, ਉਹਨੂੰ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਦਿਸਦੀ ਹੈ। ਸਾਨੂੰ ਧੁੰਦਲਾ ਦਿਸਦਾ ਨਾ ਬਹੁਤਿਆਂ ਨੂੰ, ਕਿ ਉਹ ਬੰਦਾ ਫਲਾਣੀ ਜਾਤ ਦਾ ਹੈ, ਮੈਂ ਦੂਜੀ ਜਾਤ ਤਾਂ, ਉਹ ਦੂਜੀ ਜਾਤ ਦਾ ਧੁੰਦਲਾ ਦਿਸਦਾ ਹੈ, ਸਾਫ਼ ਨਹੀਂ ਨਾ ਦਿਸ ਰਿਹਾ। ਗੁਰੂ ਜੀ ਨੂੰ ਸਾਫ਼ ਦਿਸ ਰਿਹਾ ਹੈ। ਉਹ ਕਹਿੰਦੇ ਨੇ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ, ਸਾਰਿਆਂ ਦੇ ਅੰਦਰ ਇੱਕੋ ਹੀ ਜੋਤ ਹੈ। ਉਸ ਜੋਤ ਨੂੰ ਵੇਖੋ, ਰੱਬ ਦੇ ਰੂਪ ਵਿੱਚ ਹਰ ਬੰਦੇ ਨੂੰ ਵੇਖੋ। ਸਾਨੂੰ ਨਹੀਂ ਨਾ ਦਿਸਦਾ ਰੱਬ ਦੇ ਰੂਪ ਵਿੱਚ ਹਰ ਬੰਦਾ, ਧੁੰਦਲਾ ਦਿਸ ਰਿਹਾ ਹੈ, ਇਹਨੂੰ ਕਹਿੰਦੇ ਨੇ ਧੁੰਦਲਾ। ਕੋਈ ਆਪਣਾ ਦਿਸਦਾ ਹੈ, ਕੋਈ ਬੇਗਾਨਾ ਦਿਸਦਾ ਹੈ, ਪਰ ਗੁਰੂ ਜੀ ਦੀ ਨਜ਼ਰ ਧੁੰਦਲੀ ਨਹੀਂ ਹੈ। ਉਹ ਕਹਿੰਦੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਜਿਹੜਾ ਰੱਬ ਦਾ ਪਿਆਰਾ ਹੈ, ਪੇਖ ਹੈ ਸਗਲ ਸ੍ਰਿਸ਼ਟ ਸਾਜਨਾ, ਕਿ ਸਾਰੀ ਸ੍ਰਿਸ਼ਟੀ ਨੂੰ ਆਪਣੇ ਸੱਜਣਾ ਦੀ ਤਰ੍ਹਾਂ ਵੇਖਦਾ ਹੈ, ਮਿੱਤਰਾਂ ਦੀ ਤਰ੍ਹਾਂ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸਾਫ਼ ਨਜ਼ਰ ਹੈ ਨਾ, ਜਿਹਦੀ ਨਜ਼ਰ ਸਾਫ਼ ਹੈ, ਉਹਨੂੰ ਆ ਸਾਰਾ ਸੰਸਾਰ ਰੱਬ ਦਾ ਰੂਪ ਦਿਸਦਾ ਹੈ, ਤੇ ਜਿਹਦੀ ਨਜ਼ਰ ਅੱਗੇ ਧੁੰਦ ਹੈ, ਉਹਨੂੰ ਰੱਬ ਕਿਤੇ ਹੋਰ ਦਿਸਦਾ ਹੈ, ਕੁਦਰਤ ਕੋਈ ਹੋਰ ਦਿਸਦੀ ਹੈ, ਬੰਦਾ ਕੋਈ ਹੋਰ ਦਿਸਦਾ ਹੈ, ਕੋਈ ਕਿਸੇ ਜਾਤ ਦਾ, ਕੋਈ ਕਿਸੇ ਪਾਤ ਦਾ ਦਿਸਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਉਸ ਮਨੁੱਖ ਦਾ ਨਾ ਤੇ ਮਨ ਹੀ ਮੈਲਾ ਹੈ, ਨਾ ਉਹਦੀ ਨਜ਼ਰ ਧੁੰਦਲੀ ਹੈ, ਉਹਨੂੰ ਧੁੰਦਲਾ ਨਹੀਂ ਦਿਸਦਾ, ਉਹਨੂੰ ਸਾਫ਼ ਨਜ਼ਰ ਪੈਂਦਾ ਰੱਬ। ਨਾ ਭਗਵਾਂ, ਇਹੋ ਜਿਹੇ ਬੰਦੇ ਨੂੰ ਭੇਸ਼ਾਂ ਦੀ ਲੋੜ ਨਹੀਂ, ਕਿ ਮੈਂ ਭਗਵੇਂ ਕੱਪੜੇ ਪਾਵਾਂ ਜਾਂ ਚਿੱਟੇ ਪਾਵਾਂ ਜਾਂ ਦੂਜੇ ਪਾਵਾਂ ਤਾਂ ਮੈਨੂੰ ਰੱਬ ਦਿਸੇਗਾ। ਉਹਨੂੰ ਭੇਖਾਂ ਦੀ ਲੋੜ ਨਹੀਂ ਧਾਰਨ ਕਰਨ ਦੀ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈ ਹੈ, ਸਤਿਗੁਰ ਕੇ ਉਪਦੇਸ਼। ਹੁਣ ਚਿੱਟੇ ਕੱਪੜੇ ਪਾਉਣ ਨਾਲ ਥੋੜਾ ਰੱਬ ਮਿਲ ਜਾਣਾ, ਭਗਵੇਂ ਕੱਪੜੇ ਪਾਉਣ ਨਾਲ ਸੋਚ ਥੋੜਾ ਬਦਲ ਜਾਣੀ ਹੈ, ਕਾਲੇ ਕੱਪੜੇ ਪਾਉਣ ਨਾਲ ਸੋਚ ਥੋੜਾ ਬਦਲਣੀ। ਉਹਨੂੰ ਭੇਸ਼ਾਂ ਦੀ ਲੋੜ ਨਹੀਂ ਹੈ। ਗੁਰੂ ਜੀ ਦਾ ਬਚਨ ਹੈ ਨਾ, ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ। ਕੱਪੜੇ ਤੇ ਬੜੇ ਚਿੱਟੇ ਨੇ, ਪਰ ਚਿੱਤ ਕਠੋਰ, ਚਿੱਤ ਮੈਲਾ। ਤਾਂ ਗੁਰੂ ਜੀ ਕਹਿੰਦੇ ਨੇ, ਉਸ ਬੰਦੇ ਨੂੰ ਇਹੋ ਜਿਹੇ ਵੇਸ਼ ਧਾਰਨ ਕਰਨ ਦੀ ਲੋੜ ਨਹੀਂ ਪੈਂਦੀ। ਨਾ ਕੱਚ, ਉਹਦੇ ਅੰਦਰ ਨਾਸ਼ਵੰਤ ਪਦਾਰਥਾਂ ਦਾ ਮੋਹ ਵੀ ਨਹੀਂ ਹੁੰਦਾ, ਉਹਦੇ ਅੰਦਰ ਨਾਸ਼ਵੰਤ ਪਦਾਰਥਾਂ ਦਾ ਮੋਹ ਨਹੀਂ ਹੈ। ਨਾ ਕੱਚ ਦਾ ਮਤਲਬ ਉਹਦੇ ਅੰਦਰ ਮੋਹ ਨਹੀਂ ਹੈ, ਮੋਹ ਤੋਂ ਰਹਿਤ ਹੈ। ਪਰ ਐਸਾ ਬੰਦਾ ਹੈ ਕੌਣ, ਜਿਹਦਾ ਮਨ ਵੀ ਮੈਲਾ ਨਾ ਹੋਵੇ, ਜਿਹਨੂੰ ਸਾਫ਼ ਰੱਬ ਚਾਰ ਚੁਫੇਰੇ ਹਰ ਬੰਦੇ 'ਚ ਦਿਸਦਾ ਹੋਵੇ, ਜਿਹਨੂੰ ਭੇਸ਼ ਧਾਰਨ ਕਰਨ ਦੀ ਕੋਈ ਲੋੜ ਨਹੀਂ ਹੈ, ਜਿਹਦੇ ਅੰਦਰ ਸੈਲਫਿਸ਼ਨੈਸ, ਮੋਹ ਵਗੈਰਾ ਨਹੀਂ ਹੈ। ਐਸਾ ਬੰਦਾ ਹੈ ਕੌਣ? ਅਗਲੀ ਪੰਕਤੀ ਵਿੱਚ ਦੱਸਦੇ ਨੇ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਲਾਲੋ ਲਾਲ ਦਾ ਮਤਲਬ ਲਾਲ ਹੀ ਲਾਲ, ਗੂੜਾ ਰੰਗ ਪ੍ਰੇਮ ਦਾ। ਇੱਥੇ ਲਾਲੋ ਲਾਲ ਦਾ ਮਤਲਬ ਪ੍ਰੇਮ ਦਾ ਗੂੜਾ ਰੰਗ ਜਿਹਦੇ ਅੰਦਰ ਚੜਿਆ ਹੈ। ਸੱਚੇ ਰੱਤਾ, ਸੱਚੇ ਰੱਤਾ ਦਾ ਮਤਲਬ ਜੋ ਸਦਾ ਥਿਰ ਪ੍ਰਭੂ ਦੇ ਗੁਣਾਂ ਦੇ ਵਿੱਚ ਰੰਗਿਆ ਗਿਆ ਹੈ। ਤੇ ਸੱਚ ਦਾ ਮਤਲਬ ਉਹ ਰੱਬ ਦਾ ਰੂਪ ਹੀ ਹੋ ਜਾਂਦਾ ਹੈ। ਸੱਚੇ ਰੱਤਾ, ਜਿਹੜਾ ਸੱਚ ਵਿੱਚ ਰੰਗਿਆ ਗਿਆ, ਸੱਚ, ਉਹ ਸੱਚ ਦਾ ਹੀ ਰੂਪ ਹੋ ਗਿਆ। ਜਿਵੇਂ ਇੱਕ ਸਫੇਦ ਕੱਪੜਾ
ਲਾਲ ਰੰਗ ਉਬਲ ਦੇ ਵਿੱਚ ਪਾ ਦਿੱਤਾ ਤੇ ਉਹ ਕੱਪੜਾ ਹੁਣ ਸਫੇਦ ਨਹੀਂ ਰਿਹਾ, ਲਾਲ ਹੋ ਗਿਆ, ਕਿਉਂਕਿ ਲਾਲ ਦੇ ਵਿੱਚ ਰੰਗਿਆ ਗਿਆ ਨਾ, ਲਾਲ ਹੋ ਗਿਆ। ਜਿਨਨੇ ਆਪਣੀ ਸੋਚ ਨੂੰ ਸੱਚ ਵਿੱਚ ਡਬੋ ਦਿੱਤਾ ਉਹ ਸੱਚ ਹੋ ਗਿਆ, ਸੱਚ ਦਾ ਰੂਪ ਹੋ ਗਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਮਨੁੱਖ ਸੱਚ ਵਿੱਚ ਰੰਗਿਆ ਜਾਂਦਾ ਹੈ ਉਹ ਇਨਸਾਨ ਸੱਚ ਦਾ ਰੂਪ ਹੋ ਜਾਂਦਾ ਹੈ ਤੇ ਉਸ ਮਨੁੱਖ ਦੇ ਉੱਤੇ ਪ੍ਰੇਮ ਦਾ ਗੂੜਾ ਰੰਗ ਚੜ ਜਾਂਦਾ ਹੈ। ਤਾਂ ਜਿਹੜਾ ਮਨੁੱਖ ਸੱਚ ਦੇ ਵਿੱਚ ਰੰਗਿਆ ਗਿਆ, ਸੱਚ ਦਾ ਰੂਪ ਹੋ ਗਿਆ, ਜਿਹਦੇ ਉੱਤੇ ਪ੍ਰੇਮ ਦਾ ਗੂੜਾ ਰੰਗ ਚੜ ਗਿਆ, ਉਹਦਾ ਮਨ ਨਾ ਮੈਲਾ ਹੁੰਦਾ ਹੈ, ਨਾ ਉਹਨੂੰ ਧੁੰਦਲਾ ਦਿਸਦਾ ਹੈ, ਨਾ ਉਹਨੂੰ ਭੇਖ ਧਾਰਨ ਦੀ ਲੋੜ ਹੈ, ਔਰ ਨਾ ਹੀ ਉਹਦਾ ਨਾਸ਼ਮਾਨ ਪਦਾਰਥਾਂ ਦੇ ਨਾਲ ਮੋਹ ਰਹਿੰਦਾ ਹੈ। ਮਹਿਲਾ ਤੀਜਾ, ਸਹਿਜ ਵਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ। ਸਹਿਜ ਦਾ ਮਤਲਬ ਆਤਮਿਕ ਅਡੋਲਤਾ ਵਿੱਚ, ਵਸੈ ਦਾ ਮਤਲਬ ਵਸਦਾ ਹੈ, ਭੈ ਦਾ ਮਤਲਬ ਸਾਰੇ ਡਰ, ਤੇ ਖੰਡ ਦਾ ਮਤਲਬ ਹੈ ਨਾਸ ਕਰਕੇ, ਟੁਕੜੇ ਟੁਕੜੇ ਕਰਕੇ। ਭੈ ਖੰਡ ਦਾ ਮਤਲਬ ਭੈ ਦੇ ਟੁਕੜੇ ਕਰਕੇ, ਨਾਸ ਕਰਕੇ। ਹੁਣ ਇਸ ਪੰਕਤੀ ਨੂੰ ਵੀ ਥੋੜਾ ਧਿਆਨ ਨਾਲ ਸਮਝਣਾ ਪਵੇਗਾ। ਸਹਿਜ ਵਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ। ਤਾਂ ਉਹ ਜੀਵ ਭੌਰਾ ਦੁਨੀਆ ਦੇ ਸਾਰੇ ਡਰ ਨਾਸ ਕਰਕੇ ਸਦਾ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਜੋ ਸੱਚ ਵਿੱਚ ਰੰਗਿਆ ਗਿਆ, ਜਿਨਨੇ ਆਪਣੇ ਸਾਰੇ ਡਰ ਹੀ ਖੰਡ ਖੰਡ ਕਰ ਦਿੱਤੇ ਆ, ਕਾਮ ਕ੍ਰੋਧ ਵਗੈਰਾ ਤੇ ਭੈ, ਨਾ ਕਿਸੇ ਤੋਂ ਡਰਨਾ ਨਾ ਡਰਾਣਾ, ਇਹਨਾਂ ਸਾਰੇ ਡਰਾਂ ਨੂੰ ਖਤਮ ਉਹਨੇ ਕਰ ਦਿੱਤਾ। ਕਈ ਲੋਕ ਨਾ ਉਹ ਭੂਤਾਂ ਪ੍ਰੇਤਾਂ ਤੋਂ ਡਰ ਰਹੇ ਨੇ, ਕੋਈ ਦੇਵੀਆਂ ਦੇਵਤਿਆਂ ਤੋਂ, ਕਿੰਨੇ ਸਾਰੇ ਡਰ ਬੰਦਾ ਆਪਣੇ ਅੰਦਰ ਲੈ ਕੇ ਫਿਰ ਰਿਹਾ ਹੈ। ਜਿਨਨੇ ਇਹਨਾਂ ਸਾਰੇ ਡਰਾਂ ਨੂੰ ਹੀ ਖਤਮ ਕਰ ਦਿੱਤਾ, ਔਰ ਜੋ ਆਤਮਿਕ ਅਡੋਲਤਾ ਵਿੱਚ ਟਿਕਿਆ ਹੋਇਆ ਹੈ। ਵਨਸਪਤ ਫੁੱਲ ਫਲ, ਹੁਣ ਇਹ ਚੀਜ਼ ਨੂੰ ਸਮਝਣਾ, ਵਨਸਪਤੀ ਦਾ ਹਰੇਕ ਫੁੱਲ ਔਰ ਹਰੇਕ ਫਲ, ਯਾਨੀ ਜਗਤ ਦਾ ਹਰੇਕ ਮਨਮੋਹਣਾ ਪਦਾਰਥ ਉਹਨੂੰ ਭਟਕਣਾ ਵਿੱਚ ਨਹੀਂ ਪਾਉਂਦਾ, ਸਗੋਂ ਉਹਨੂੰ ਆਤਮਿਕ ਅਡੋਲਤਾ ਦੇ ਵਿੱਚ ਟਿਕਾਈ ਰੱਖਦਾ ਹੈ। ਜਿਹੜੇ ਆ ਫੁੱਲ ਨੇ, ਫਲ ਨੇ, ਵਨਸਪਤੀ ਯਾਨੀ ਸੰਸਾਰ ਦੇ ਪਦਾਰਥ ਮੋਹ ਰਹੇ ਨੇ ਨਾ ਬੰਦੇ ਨੂੰ, ਇਹਨਾਂ ਪਦਾਰਥਾਂ ਦੇ ਮੋਹ ਕਰਕੇ ਬੰਦਾ ਇਨਸਾਨੀਅਤ ਤੋਂ ਦੂਰ ਚਲਾ ਜਾਂਦਾ ਹੈ। ਇਹਨਾਂ ਦੇ ਮੋਹ ਕਰਕੇ ਬੰਦਾ ਠੱਗੀਆਂ ਮਾਰਦਾ ਹੈ, ਚੋਰੀਆਂ ਕਰਦਾ ਹੈ, ਬੇਗਾਨੇ ਹੱਕ ਖਾਂਦਾ ਹੈ। ਜੇ ਕੋਈ ਪਰਾਈ ਔਰਤ ਸੁੰਦਰ ਹੈ ਤੇ ਬੰਦਾ ਆਚਰਨ ਤੋਂ ਗਿਰ ਜਾਂਦਾ ਹੈ। ਕਈ ਵਾਰ ਔਰਤਾਂ ਪਰਾਏ ਪੁਰਸ਼ ਨੂੰ ਦੇਖ ਕੇ ਆਚਰਨ ਤੋਂ ਗਿਰ ਜਾਂਦੀਆਂ ਨੇ। ਇਹ ਪਦਾਰਥ ਮਨਮੋਹਣੇ ਨੇ, ਮਨ ਨੂੰ ਮੋਹ ਰਹੇ ਨੇ। ਕਿਸੇ ਨੂੰ ਕਾਮ ਖਿੱਚ ਪਾ ਰਿਹਾ ਹੈ, ਕਿਸੇ ਨੂੰ ਕ੍ਰੋਧ, ਕਿਸੇ ਨੂੰ ਲੋਭ, ਕਿਸੇ ਨੂੰ ਮੋਹ, ਕਿਸੇ ਨੂੰ ਸੁੰਦਰਤਾ, ਕਿਸੇ ਨੂੰ ਪਦਾਰਥ। ਪਰ ਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਰੱਬੀ ਰਜ਼ਾ ਦੇ ਅੰਦਰ ਰਾਜੀ ਰਹਿੰਦਾ ਹੈ, ਰੱਬੀ ਗੁਣਾਂ ਦੇ ਵਿੱਚ ਨੂੰ ਆਪਣੇ ਧਾਰਨ ਕਰ ਲੈਂਦਾ ਹੈ, ਜੋ ਰੱਬੀ ਪ੍ਰੇਮ ਨੂੰ ਆਪਣਾ ਜੀਵਨ ਦਾ ਮਕਸਦ ਬਣਾ ਲੈਂਦਾ ਹੈ, ਜੋ ਇਹਨਾਂ ਸਾਰੇ ਡਰਾਂ ਨੂੰ ਖੰਡ ਖੰਡ ਕਰ ਦਿੰਦਾ ਹੈ, ਇਹ ਦੁਨੀਆ ਦੇ ਜਿਹੜੇ ਪਦਾਰਥ ਮੋਹਣ ਵਾਲੇ ਨੇ ਉਹਨੂੰ ਮੋਹਦੇ ਨਹੀਂ, ਇਹਨਾਂ ਦੇ ਵਿੱਚ ਰਹਿੰਦਾ ਵੀ ਉਹ ਸਹਿਜ ਦੇ ਅੰਦਰ ਟਿਕਿਆ ਰਹਿੰਦਾ, ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ। ਉਹਨੂੰ ਇਸ ਸੰਸਾਰ ਤਿਆਗਣ ਦੀ ਲੋੜ ਨਹੀਂ ਹੈ। ਉਹ ਇਸ ਸੰਸਾਰ ਦੇ ਵਿੱਚ ਹੀ ਇੰਝ ਰਹਿੰਦਾ ਹੈ ਜਿਵੇਂ ਪਾਣੀ ਵਿੱਚ ਮੁਰਗਾਬੀ ਹੈ, ਜਿਵੇਂ ਪਾਣੀ ਦੇ ਵਿੱਚ ਕਮਲ ਹੈ। ਨਾਨਕ ਤਰਵਰ ਏਕ ਹੈ, ਏਕੋ ਫੁੱਲ ਪਿਰੰਗ। ਹੁਣ ਅਗਲੀ ਪੰਕਤੀ ਵਿੱਚ ਸਪਸ਼ਟ ਕਰ ਰਹੇ ਨੇ। ਤਰਵਰ ਦਾ ਮਤਲਬ ਸ੍ਰੇਸ਼ਟ ਰੁੱਖ, ਤਰ ਦਾ ਮਤਲਬ ਰੁੱਖ, ਵਰ ਦਾ ਮਤਲਬ ਸੋਹਣਾ, ਤਰਵਰ ਦਾ ਮਤਲਬ ਸੋਹਣਾ ਰੁੱਖ, ਪਿਰੰਗ ਦਾ ਮਤਲਬ ਭ੍ਰਿੰਗ ਯਾਨੀ ਭੌਰਾ, ਜਿਹੜਾ ਕਾਲਾ ਜਿਹਾ ਭੂੰਡ ਨਹੀਂ ਹੁੰਦਾ, ਭੌਰਾ ਫੁੱਲਾਂ ਦੇ ਉੱਤੇ ਜਿਹੜਾ ਭੌਂਦਾ ਹੈ। ਜਿਵੇਂ ਪੰਛੀਆਂ ਦੇ ਰਹਿਣ ਵਸੇਰੇ ਵਾਸਤੇ ਰੁੱਖ ਹੁੰਦਾ ਨਾ, ਪੰਛੀ ਰੁੱਖ ਦੇ ਉੱਤੇ ਰਾਤ ਕੱਟਦੇ ਨੇ, ਅਗਲੀ ਰਾਤ ਉੱਡ ਜਾਂਦੇ ਨੇ। ਤਾਂ ਨਾਨਕ ਤਰਵਰ ਏਕ ਹੈ, ਇੱਕ ਰੱਬ ਜਿਹੜਾ ਹੈ, ਜਿਹੜਾ ਜੀਵ ਭੌਰਾ ਉਸ ਰੱਬ ਨੂੰ ਸਿਰਫ ਆਪਣਾ ਰਹਿਣ ਬਸੇਰਾ ਬਣਾਉਂਦਾ ਹੈ, ਰੱਬ ਦੇ ਚਰਨਾਂ ਵਿੱਚ ਟਿਕਦਾ ਹੈ। ਦੇਵੀਆਂ ਦੇਵਤੇ, ਮੜੀਆਂ ਕਬਰ ਤੇ ਇਹਨਾਂ ਦੇ ਵਿੱਚ ਉਹ ਵਿਸ਼ਵਾਸ ਨਹੀਂ ਰੱਖਦਾ। ਜਿਹਨੇ ਇੱਕ ਨੂੰ ਆਸਰਾ ਬਣਾਇਆ ਹੈ, ਨਾਨਕ ਤਰਵਰ ਏਕ ਹੈ, ਜਿਹਦੇ ਵਾਸਤੇ ਇੱਕ ਰੱਬ ਹੀ ਆਸਰਾ ਹੈ ਜ਼ਿੰਦਗੀ ਦਾ, ਏਕੋ ਫੁੱਲ। ਹੁਣ ਭੌਰਾ ਹੈ ਨਾ, ਇੱਕ ਫੁੱਲ ਤੇ ਕਦੇ ਦੂਜੇ ਤੇ ਕਦੇ ਤੀਜੇ ਚੌਥੇ ਤੇ ਬਹਿੰਦਾ ਰਹਿੰਦਾ,
ਪਰ ਜਿਹੜੇ ਜੀਵ ਨੇ ਇੱਕ ਰੱਬ ਨੂੰ ਹੀ ਫੁੱਲ ਸਮਝਿਆ ਹੈ, ਉਹ ਅਲੱਗ-ਅਲੱਗ ਥਾਵਾਂ ਵੱਲ ਨਹੀਂ ਉੱਡਦਾ, ਅਲੱਗ-ਅਲੱਗ ਉਹ ਸੁਗੰਧ ਨਹੀਂ ਲੈਂਦਾ ਫਿਰਦਾ, ਵਿਕਾਰਾਂ ਦੀ ਉਹ ਸੁਗੰਧ ਨਹੀਂ ਲੈਂਦਾ, ਸਗੋਂ ਉਹ ਇੱਕ ਰੱਬ ਦੇ ਹੀ ਗੁਣਾਂ ਦਾ ਰਸ ਲੈ ਰਿਹਾ ਹੈ, ਔਰ ਜਿਸ ਨੇ ਇੱਕ ਰੱਬ ਨੂੰ ਹੀ ਆਪਣੇ ਜੀਵਨ ਦਾ ਤਰਵਰ ਆਸਰਾ ਬਣਾਇਆ ਹੈ। ਬੜੀ ਪਿਆਰੀ ਗੱਲ ਹੈ ਨਾ, ਮੈਂ ਮੇਰੇ ਖਿਆਲ ਚ ਆਪਾਂ ਕੱਲ ਵੀ ਸਾਂਝੀ ਕੀਤੀ ਸੀ। ਕਵੀ ਦੇ ਵਲਵਲੇ ਨੇ, ਉਹ ਬਾਗ ਦੇ ਵਿੱਚ ਬੈਠਾ ਹੈ ਕਵੀ, ਤੇ ਵੇਖ ਰਿਹਾ ਹੈ ਭੰਵਰੇ ਨੂੰ। ਇਹ ਕਵੀ ਦੀ ਕਲਪਨਾ ਹੈ, ਤੇ ਇਹਨੂੰ ਕਲਪਨਾ ਹੀ ਸਮਝਣਾ, ਲੇਕਿਨ ਕਲਪਨਾ ਉਹਦੀ ਬੜੀ ਵਧੀਆ। ਉਹ ਵੇਖਦਾ ਹੈ ਕਿ ਭੌਰਾ ਕਦੇ ਇੱਕ ਫੁੱਲ ਤੇ, ਕਦੇ ਦੂਜੇ ਤੇ, ਤੀਜੇ ਦੇ ਉੱਤੇ ਬਹਿ ਰਿਹਾ ਹੈ, ਪਰ ਚਮੇਲੀ ਦੇ ਫੁੱਲ ਉੱਤੇ ਉਹ ਨਹੀਂ ਬਹਿੰਦਾ। ਭੌਰਾ ਚਮੇਲੀ ਦੇ ਫੁੱਲ ਤੇ ਨਹੀਂ ਬੈਠਾ। ਤੇ ਜਿਹੜਾ ਕਵੀ ਹੈ ਉਹ ਬਹੁਤ ਗੌਰ ਦੇ ਨਾਲ ਵੇਖ ਰਿਹਾ ਹੈ। ਉਹਨੇ ਫਿਰ ਚਮੇਲੀ ਅੱਗੇ ਇੱਕ ਸਵਾਲ ਕੀਤਾ, ਕਿਉਂਕਿ ਕਲਪਨਾ ਕਰ ਰਿਹਾ ਨਾ ਕਵੀ। ਉਹ ਕਹਿੰਦਾ, ਚੰਪਾ ਤੁਝ ਮੈਂ ਤੀਨ ਗੁਣ, ਰੰਗ ਰੂਪ ਅਰਬਾਸ, ਔਗਣ ਤੁਝ ਮੈਂ ਕੌਣ ਹੈ ਜੋ ਭਵਰ ਨਾ ਬੈਠੇ ਪਾਸ। ਕਿ ਇਹ ਚਮੇਲੀ ਦੇ ਫੁੱਲ ਤੇਰੇ ਵਿੱਚ ਵੀ ਦੂਜੇ ਫੁੱਲਾਂ ਦੀ ਤਰ੍ਹਾਂ ਤਿੰਨ ਗੁਣ ਮੌਜੂਦ ਨੇ। ਤੇਰੇ ਵਿੱਚ ਰੂਪ ਵੀ ਹੈ, ਤੂੰ ਸੋਹਣਾ ਵੀ ਬੜਾ ਹੈ, ਰੰਗ ਤੇਰਾ ਰੰਗ ਵੀ ਬੜਾ ਸੋਹਣਾ, ਤੇਰੇ ਵਿੱਚ ਰੰਗ ਵੀ ਹੈ ਨੇ, ਬਾਸ ਦਾ ਮਤਲਬ ਸੁਗੰਧ, ਤੇਰੇ ਵਿੱਚ ਸੁਗੰਧ ਵੀ ਹੈ, ਬਾਕੀ ਫੁੱਲਾਂ ਵਿੱਚ ਵੀ ਰੰਗ ਹੈ, ਸੁੰਦਰਤਾ ਹੈ, ਸੁਗੰਧ ਹੈ, ਤੇਰੇ ਵਿੱਚ ਵੀ ਰੰਗ ਨੇ, ਸੁੰਦਰਤਾ ਹੈ, ਸੁਗੰਧ ਹੈ, ਪਰ ਤੇਰੇ ਵਿੱਚ ਔਗਣ ਕੀ ਹੈ? ਵੀ ਮੈਂ ਵੇਖ ਰਿਹਾ ਭੌਰਾ ਤੇਰੇ ਕੋਲ ਆਣ ਕੇ ਨਹੀਂ ਬਹਿੰਦਾ। ਔਗਣ ਤੁਝ ਮੈਂ ਕੌਣ ਹੈ ਭਵਰ ਨਾ ਬੈਠੇ ਪਾਸ, ਕਿ ਕਿਹੜਾ ਔਗਣ ਹੈ ਵੀ ਭੌਰਾ ਤੇਰੇ ਕੋਲ ਕਿਉਂ ਨਹੀਂ ਹੁੰਦਾ? ਤੇ ਚੰਪਾ ਦੇ ਫੁੱਲ ਨੇ ਹੱਸ ਕੇ ਜਵਾਬ ਦਿੱਤਾ। ਕਵੀ ਕਲਪਨਾ ਕਰਦਾ ਹੈ, ਉਹ ਕਹਿੰਦਾ ਹੈ, ਮੀਤਾ ਮੁਝ ਮੈਂ ਤੀਨ ਗੁਣ, ਰੰਗ ਰੂਪ ਅਰਬਾਸ, ਕਿ ਮਿੱਤਰਾ ਮੇਰੇ ਵਿੱਚ ਵੀ ਦੂਜੇ ਫੁੱਲਾਂ ਦੀ ਤਰ੍ਹਾਂ ਤਿੰਨ ਗੁਣ ਨੇ, ਰੰਗ ਵੀ ਹੈ, ਰੂਪ ਵੀ ਹੈ, ਸੁਗੰਧ ਵੀ ਹੈ, ਤੇ ਭੌਰਾ ਮੇਰੇ ਤੇ ਆਣ ਕੇ ਬਹਿ ਕੇ ਸੁਗੰਧ ਲੈਣਾ ਵੀ ਚਾਹੁੰਦਾ ਹੈ, ਪਰ ਮੈਂ ਭੌਰੇ ਨੂੰ ਆਪ ਹੀ ਆਪਣੇ ਕੋਲ ਨਹੀਂ ਆਉਣ ਦਿੰਦਾ। ਕਿਉਂ? ਕਿ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਜਿਹੜਾ ਇੱਕ ਦਾ ਨਹੀਂ ਹੋ ਸਕਿਆ, ਜਿਹੜਾ ਥਾਂ ਥਾਂ ਤੋਂ ਰਸ ਲੈਂਦਾ ਫਿਰਦਾ, ਉਹਨੂੰ ਕੋਲ ਬਿਠਾਉਣ ਦਾ ਫਾਇਦਾ ਕੀ, ਜਿੰਨੇ ਇੱਕ ਦਾ ਹੋਣਾ ਹੀ ਨਹੀਂ। ਇਸ ਲਈ ਮੈਂ ਹੀ ਨਹੀਂ ਉਹਨੂੰ ਨੇੜੇ ਆਉਣ ਦਿੰਦਾ। ਤਾਂ ਜਿਹੜਾ ਇੱਕ ਦਾ ਹੋ ਕੇ ਰਹਿੰਦਾ ਹੈ ਨਾ, ਅਸਲ ਕਾਮਯਾਬ ਇਨਸਾਨ ਉਹੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਤਰਵਰ ਏਕ ਹੈ। ਜੋ ਰੱਬ ਦੇ ਪਿਆਰੇ ਨੇ, ਉਹ ਸਿਰਫ ਇੱਕ ਰੱਬ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੇ ਨੇ। ਏਕੋ ਫੁੱਲ ਪਿਰੰਗ, ਉਹ ਪਿਰੰਗ ਦੀ ਤਰ੍ਹਾਂ, ਭੌਰੇ ਦੀ ਤਰ੍ਹਾਂ ਵੱਖਰੇ ਵੱਖਰੇ ਫੁੱਲਾਂ ਵੱਲ ਉਡਾਰੀਆਂ ਨਹੀਂ ਮਾਰਦੇ, ਉਹ ਇੱਕ ਰੱਬ ਨੂੰ ਹੀ ਆਪਣੀ ਜ਼ਿੰਦਗੀ ਦਾ ਫੁੱਲ ਬਣਾਉਂਦੇ ਨੇ, ਉਹਦੇ ਗੁਣਾਂ ਵਿੱਚੋਂ ਹੀ ਸੁਗੰਧ ਲੈਂਦੇ ਨੇ। ਪੌੜੀ, ਜੋ ਜਨ ਲੂਝੈ ਮਨੇ ਸਿਉ ਸੇ ਸੂਰੇ ਪ੍ਰਧਾਨਾ। ਲੂਝੈ ਦਾ ਮਤਲਬ ਝਗੜਦੇ ਨੇ, ਲੜਦੇ ਨੇ, ਜੰਗ ਕਰਦੇ ਨੇ। ਸੂਰੇ ਦਾ ਮਤਲਬ ਸੂਰਮੇ, ਪ੍ਰਧਾਨਾ ਦਾ ਮਤਲਬ ਪ੍ਰਧਾਨ, ਮੰਨੇ ਪਰਮੰਨੇ। ਜੋ ਮਨੁੱਖ ਆਪਣੇ ਮਨ ਨਾਲ ਲੜਦੇ ਨੇ, ਅਸਲ ਦੇ ਵਿੱਚ ਉਹ ਸੂਰਮੇ ਇਨਸਾਨ ਨੇ, ਔਰ ਉਹ ਮੰਨੇ ਪਰਮੰਨੇ ਨੇ। ਮਨ ਦੇ ਨਾਲ ਲੜਨ ਦਾ ਮਤਲਬ ਮਨ ਦੇ ਵਿਕਾਰਾਂ ਦੇ ਨਾਲ ਲੜਨਾ, ਨੈਗੇਟਿਵਿਟੀ ਨੂੰ ਦੂਰ ਰੱਖਣਾ, ਪੋਜ਼ਿਟਿਵ ਥਿੰਕਿੰਗ ਨੂੰ ਜਿਤਾਣਾ, ਔਗਣਾਂ ਨੂੰ ਹਰਾਣਾ ਤੇ ਚੰਗੇ ਸ਼ੁਭ ਗੁਣਾਂ ਨੂੰ ਜਿੱਤਣਾ। ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ। ਜਿਨ੍ਹਾਂ ਮਨੁੱਖਾਂ ਨੇ ਆਪਣੇ ਆਪੇ ਨੂੰ ਪਛਾਣਿਆ ਹੈ, ਉਹ ਰੱਬ ਦੇ ਨਾਲ ਹਮੇਸ਼ਾ ਹੀ ਮਿਲੇ ਰਹਿੰਦੇ ਨੇ। ਉਹਨਾਂ ਨੂੰ ਸਮਝ ਆ ਜਾਂਦੀ ਕਿ ਮੇਰਾ ਆਪਣਾ ਆਪਾ ਰੱਬ ਦਾ ਹੀ ਤੇ ਰੂਪ ਹੈ। ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਪਿਆ ਜਾਂ ਕੋ ਕਹਿਤਾ ਔਰ। ਜੋ ਆਪਣੇ ਆਪ ਨੂੰ ਪਛਾਣਦੇ ਨੇ, ਮੀਨਸ ਆਪਣੇ ਆਤਮਿਕ ਜੀਵਨ ਨੂੰ ਪੜਚੋਲਦੇ ਨੇ ਕਿ ਸਾਡੇ ਵਿੱਚ ਕੀ ਕਮੀਆਂ, ਕੀ ਦੋਸ਼ ਨੇ, ਕਮੀਆਂ ਦੋਸ਼ਾਂ ਨੂੰ ਦੂਰ ਕੱਢਦੇ ਨੇ, ਗੁਣਾਂ ਦੇ ਧਾਰਨੀ ਹੁੰਦੇ ਰਹਿੰਦੇ ਨੇ। ਜੋ ਆਪਣੇ ਆਪੇ ਨੂੰ ਪਛਾਣਦੇ, ਪੜਚੋਲਦੇ ਨੇ, ਉਹ ਪ੍ਰਭੂ ਦੇ ਅੰਦਰ ਮਿਲੇ ਰਹਿੰਦੇ ਨੇ। ਗਿਆਨੀਆਂ ਕਾ ਇਹ ਮਹੱਤ ਹੈ, ਮਨ ਮਹੇ ਸਮਾਨਾ। ਮਹੱਤ ਦਾ ਮਤਲਬ ਮਹੱਤਵ, ਵਡਿਆਈ, ਮਹਾਨਤਾ। ਜੋ ਗਿਆਨਵਾਨ ਬੰਦੇ ਨੇ, ਉਹਨਾਂ ਦੀ ਇਹ ਮਹਾਨਤਾ ਹੈ, ਉਹਨਾਂ ਦੀ ਇਹ ਵਡਿਆਈ ਹੈ। ਮਨ ਮਾਹੇ ਸਮਾਨਾ, ਕਿ ਉਹ ਆਪਣੇ ਮਨ ਦੇ ਅੰਦਰ ਸਮਾਏ ਰਹਿੰਦੇ ਨੇ, ਮਨ ਦੇ ਅੰਦਰ ਟਿਕੇ ਰਹਿੰਦੇ ਨੇ। ਮਾਇਆ ਦੇ ਪਿੱਛੇ ਭਟਕਣ ਦੇ ਥਾਂ ਆਪਣੇ ਅੰਦਰ ਵੱਲ ਪਰਤਦੇ ਨੇ, ਆਪਣੇ ਅੰਦਰ ਸ਼ੁਭ ਗੁਣਾਂ ਨੂੰ ਵੇਖਦੇ ਨੇ, ਬਾਹਰ ਨਹੀਂ ਭਟਕਦੇ, ਸਗੋਂ ਉਹ ਆਪਣੇ ਮਨ ਵਿੱਚ ਸਮਾਏ ਰਹਿੰਦੇ ਨੇ, ਟਿਕੇ ਰਹਿੰਦੇ ਨੇ, ਉਹਨਾਂ ਦੇ ਅੰਦਰ ਟਿਕਾਵ ਹੁੰਦਾ ਹੈ। ਇਹ ਗਿਆਨਵਾਨ ਪੁਰਸ਼ਾਂ ਦੀ ਵਡਿਆਈ ਹੈ।
हर जियो का महल पाया, सच लाए ध्याना। इस तरह सच लाए ध्याना ਦਾ ਮਤਲਬ ਸੱਚਾ ਧਿਆਨ ਲਗਾ ਕੇ, ਮਤਲਬ ਲਗਨ ਲਗਾ ਕੇ, ਸੱਚ ਦੇ ਨਾਲ ਜੁੜ ਕੇ ਹਰ ਜੀਉ ਕਾ ਮਹਿਲ ਪਾਇਆ ਦਾ ਮਤਲਬ ਰੱਬ ਦਾ ਟਿਕਾਣਾ ਲੱਭ ਲੈਂਦੇ ਨੇ, ਰੱਬ ਦਾ ਘਰ ਲੱਭ ਲੈਂਦੇ ਨੇ, ਆਪਣੇ ਅੰਦਰ ਹੀ ਉਹ ਸੱਚ ਨੂੰ ਪਾ ਲੈਂਦੇ ਨੇ। ਜਿਹੜਾ ਸੱਚ ਦੇ ਨਾਲ ਆਪਣੇ ਧਿਆਨ ਨੂੰ ਜੋੜਦੇ ਨੇ, ਜੋ ਸੱਚੀ ਲਗਨ ਲਾਉਂਦੇ ਨੇ, ਜਿਨ੍ਹਾਂ ਦਾ ਧਿਆਨ ਸੱਚਾ ਹੈ, ਭਾਵ ਜਿਨ੍ਹਾਂ ਨੇ ਸੱਚ ਦੇ ਨਾਲ ਪੂਰਨ ਤੌਰ ਤੇ ਲਗਨ ਲਗਾਈ ਹੁੰਦੀ ਹੈ, ਉਹ ਰੱਬੀ ਮਹਿਲ ਨੂੰ ਟਿਕਾਣੇ ਨੂੰ ਪਾ ਲੈਂਦੇ। ਜਿਨ ਗੁਰ ਪ੍ਰਸਾਦੀ ਮਨ ਜੀਤਿਆ, ਜਗ ਤਿਨਹਿ ਜਿਤਾਨਾ। ਤਿਨਹਿ ਦਾ ਮਤਲਬ ਉਹਨਾਂ ਨੇ, ਜਿਤਾਨਾ ਦਾ ਮਤਲਬ ਜਿੱਤ ਲਿਆ ਹੈ। ਗੁਰ ਪ੍ਰਸਾਦੀ ਦਾ ਮਤਲਬ ਗੁਰੂ ਦੀ ਕਿਰਪਾ ਨਾਲ। ਮਨ ਜੀਤਿਆ ਦਾ ਮਤਲਬ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਹੈ, ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤਿਆ ਹੈ। ਜਗ ਤਿਨਹਿ ਜਿਤਾਨਾ, ਗੁਰੂ ਜੀ ਕਹਿੰਦੇ ਨੇ ਉਹਨਾਂ ਨੇ ਮਾਨੋ ਸਾਰੇ ਜਗ ਨੂੰ ਹੀ ਜਿੱਤ ਲਿਆ ਹੈ। ਮਨ ਜੀਤੈ ਜਗ ਜੀਤ। ਉਹ ਵਿਸ਼ਵ ਵਿਜੇਤਾ ਨੇ, ਉਹ ਦੁਨੀਆ ਦੇ ਮਹਾਨ ਜੇਤੂ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ, ਜਿਨ੍ਹਾਂ ਨੇ ਆਪਣੇ ਮਨ ਦੇ ਉੱਤੇ ਕੰਟਰੋਲ ਕੀਤਾ ਹੈ, ਮਨ ਦੇ ਮਾੜੇ ਤਰੰਗਾਂ ਨੂੰ ਰੋਕਿਆ ਹੈ, ਮਨ ਦੇ ਅੰਦਰੋਂ ਵਿਸ਼ੇ ਵਿਕਾਰਾਂ ਨੂੰ ਖਤਮ ਕੀਤਾ ਹੈ। ਅਸਲ ਦੇ ਅੰਦਰ ਉਹ ਇਨਸਾਨ ਵੱਡੇ ਨੇ, ਉਹ ਇਨਸਾਨ ਮਹਾਨ ਨੇ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਅਸੀਂ ਆਪ ਕਰੀਏ ਔਰ ਗੁਰਮਤ ਦੇ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੌਖਾ, ਸੁਖਾਲਾ ਔਰ ਸੁਚੱਜਾ ਬਣਾਈਏ ਔਰ ਸੰਸਾਰ ਤੱਕ ਵੀ ਇਹ ਉਪਦੇਸ਼ ਜਿਹੜਾ ਹੈ ਗੁਰੂ ਜੀ ਦਾ ਪਹੁੰਚਾਈਏ, ਜਿਸ ਕਰਕੇ ਆਮ ਇਨਸਾਨ ਗੁਰਬਾਣੀ ਤੋਂ ਲਾਭ ਲੈ ਕੇ ਆਪਣੇ ਜੀਵਨ ਵਿੱਚ ਖੁਸ਼ੀਆਂ ਖੇੜੇ ਮਾਣ ਸਕੇ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ